ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਮਾਮਲੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਅਦਾਲਤ ਦੇ ਵਿੱਚ ਅਪੀਲ ਪਾਈ ਗਈ ਹੈ ਕਿ ਇਸ ਮਾਮਲੇ ਨੂੰ ਜਿਹੜਾ ਹੋਰ ਕੋਰਟ ਦੇ ਵਿੱਚ ਤਬਦੀਲ ਕੀਤਾ ਜਾਵੇ। ਕੀ ਲੋੜ ਪੈ ਗਈ ਇਸ ਦੀ? जिस दिन केस रजिस्टर होया है शाम ਨੂੰ ਉਸੇ ਸ਼ਾਮ ਸੁਮੇਧ ਸਿੰਘ ਸੈਣੀ ਨੂੰ ਪਤਾ ਲੱਗ ਜਾਂਦਾ ਹੈ ਔਰ ਰਾਤ ਨੂੰ ਉਹ ਭੱਜਣ ਦੀ ਕੋਸ਼ਿਸ਼ ਕਰਦਾ ਹੈ ਆਪਣੇ ਘਰੋਂ। ਕਿ ਸਰਕਾਰ ਦਾ ਜੇ ਵੈਂਡੇਟਾ ਹੁੰਦਾ ਪਹਿਲਾਂ ਹੁੰਦਾ ਔਰ ਸਾਨੂੰ ਨਾ ਸਰਕਾਰ ਤੋਂ ਮਤਲਬ ਹੈ ਨਾ ਸੁਮੇਧ ਸਿੰਘ ਸੈਣੀ ਤੋਂ, ਸਾਨੂੰ ਇਨਸਾਫ ਚਾਹੀਦਾ। ਸੁਮੇਧ ਸਿੰਘ ਸੈਣੀ ਨੇ ਗਲਤ ਕੀਤਾ, ਸਾਨੂੰ ਇਨਸਾਫ ਦਿਵਾਇਆ ਜਾਏ। ਸਰਕਾਰ ਦਾ ਇੱਕ ਬਹਾਨਾ ਮਾਰ ਕੇ, ਇੱਕ ਝੂਠ ਬੋਲ ਕੇ, ਇੱਕ ਹਾਈਪ ਕ੍ਰੀਏਟ ਕਰਕੇ ਸ਼ਹਿ ਲੈਣ ਦੀ ਉਸ ਚੀਜ਼ ਦੇ ਵਿੱਚ ਕੋਸ਼ਿਸ਼ ਕਰ ਰਹੇ। ਤੁਸੀਂ ਇਹ ਚੀਜ਼ ਮੰਨਦੇ ਹੋ ਕਿ ਅਦਾਲਤ ਦੇ ਉੱਤੇ ਵੀ ਸੁਮੇਧ ਸੈਣੀ ਦਾ ਹੁਣ ਵੀ ਇੰਨਾ ਪ੍ਰਭਾਵ ਹੈ? ਉਹ ਸੁਮੇਧ ਸਿੰਘ ਸੈਣੀ ਜਿਹਨੇ ਜੱਜਸ ਦੇ ਫੋਨ ਟੈਪ ਕਰਨ ਦੇ ਲੀਗਲੀ ਜਿਹਦੇ ਤੇ ਐਲੀਗੇਸ਼ਨਸ ਲੱਗੇ ਆ, ਜਿਹਦੇ ਤੇ ਜੱਜਸ ਨੂੰ ਇੰਟੀਮੀਡੇਟ ਕਰਨ ਦੇ ਐਲੀਗੇਸ਼ਨਸ ਲੱਗੇ ਆ, ਉਹ ਸੁਮੇਧ ਸਿੰਘ ਸੈਣੀ ਜਿਹਨੂੰ ਸ਼ਾਇਦ ਅਸੀਂ ਅੱਜ ਸਟਿਗਮਾ ਔਨ ਯੂਨੀਫਾਰਮ ਕਹਿੰਦੇ ਆ, ਸ਼ਾਇਦ ਕਿ ਉਹਨੂੰ ਕਹਿੰਦੇ ਹੀ ਆ ਸਾਰੇ ਸਟਿਗਮਾ ਔਨ ਯੂਨੀਫਾਰਮ। ਸਤਿ ਸ਼੍ਰੀ ਅਕਾਲ ਜੀ, D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਜਿਹੜੇ ਉਹ ਖੜੇ ਹੋ ਰਹੇ ਨੇ ਕਿ ਆਖਿਰਕਾਰ ਇਸ ਕੇਸ ਨੂੰ ਕਿਸੇ ਤਣ ਪਤਨ ਕਿਉਂ ਨਹੀਂ ਲੱਗਣ ਦਿੱਤਾ ਜਾ ਰਿਹਾ। ਮੁਲਤਾਨੀ ਕੇਸ ਦੇ ਵਿੱਚ ਡੀਜੀਪੀ ਸੁਮੇਧ ਸੈਣੀ ਦੇ ਖਿਲਾਫ FIR ਦਰਜ ਹੋਈ ਸੀ। ਉਸ ਮਾਮਲੇ ਦੇ ਵਿੱਚ ਲਗਾਤਾਰ ਅਦਾਲਤ ਦੇ ਵਿੱਚ ਸੁਣਵਾਈ ਚੱਲ ਰਹੀ ਹੈ। ਅੱਜ ਜਿਹੜੀ ਹੈ ਸੁਣਵਾਈ ਹੋਈ ਤਾਂ ਉਸ ਦੇ ਵਿੱਚ ਤਾਜ਼ਾ ਅਪਡੇਟ ਜਿਹੜੀ ਸਾਹਮਣੇ ਆਈ ਹੈ ਉਸ ਉੱਤੇ ਅਸੀਂ ਗੱਲਬਾਤ ਕਰਾਂਗੇ। ਇਸ ਤੋਂ ਪਹਿਲਾਂ ਕੀ ਕੁਝ ਹੋਇਆ, CBI ਦੇ ਤੱਕ ਜਿਹੜੀ ਪਹੁੰਚ ਕੀਤੀ ਗਈ, ਪਰ CBI ਜਿਹੜਾ ਇਸ ਤੋਂ ਪੱਲਾ ਜਿਹੜਾ ਆਪਣਾ ਝਾੜਦੀ ਨਜ਼ਰ ਆ ਰਹੀ ਹੈ, ਉਹ ਸਭ ਦੇ ਵਿੱਚ ਵਿਸਥਾਰ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਇਸ ਕੇਸ ਦੇ ਵਕੀਲ ਮੁਲਤਾਨੀ ਪੱਖ ਦੇ ਵੱਲੋਂ ਪ੍ਰਦੀਪ ਸਿੰਘ ਵਿਰਕ ਸਾਹਿਬ, ਤੁਹਾਡਾ ਸਵਾਗਤ ਹੈ D5 ਚੈਨਲ ਪੰਜਾਬੀ ਤੇ। ਥੈਂਕ ਯੂ ਜੀ। ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਵਿਰਕ ਸਾਹਿਬ, ਅੱਜ ਦੀ ਕਾਰਵਾਈ ਦੱਸੋ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਮਾਮਲੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਅਦਾਲਤ ਦੇ ਵਿੱਚ ਅਪੀਲ ਪਾਈ ਗਈ ਹੈ ਕਿ ਇਸ ਮਾਮਲੇ ਨੂੰ ਜਿਹੜਾ ਹੋਰ ਕੋਰਟ ਦੇ ਵਿੱਚ ਤਬਦੀਲ ਕੀਤਾ ਜਾਵੇ। ਕੀ ਲੋੜ ਪੈ ਗਈ ਇਸ ਦੀ? ਮੈਂ ਬੈਕਗ੍ਰਾਉਂਡ ਇਸ ਕੇਸ ਦੀ ਥੋੜੀ ਜਿਹੀ ਮੈਨੂੰ ਰੈਫਰ ਕਰਨੀ ਪੈਣੀ ਹੈ ਇਸ ਸਵਾਲ ਦਾ ਤੁਹਾਡਾ ਜਵਾਬ ਦੇਣ ਲਈ। ਜੀ ਬਿਲਕੁਲ। ਜਦੋਂ ਇਸ ਕੇਸ 6 ਮਈ ਨੂੰ ਆ ਕੇਸ ਰਜਿਸਟਰ ਹੋਇਆ ਹੈ ਸ਼ਾਮ ਨੂੰ 2020 ਦੇ ਵਿੱਚ, ਹੁਣ ਜਿਸ ਦਿਨ ਕੇਸ ਰਜਿਸਟਰ ਹੋਇਆ ਹੈ ਸ਼ਾਮ ਨੂੰ ਉਸੇ ਸ਼ਾਮ ਸੁਮੇਧ ਸਿੰਘ ਸੈਣੀ ਨੂੰ ਪਤਾ ਲੱਗ ਜਾਂਦਾ ਹੈ ਔਰ ਰਾਤ ਨੂੰ ਉਹ ਭੱਜਣ ਦੀ ਕੋਸ਼ਿਸ਼ ਕਰਦਾ ਹੈ ਆਪਣੇ ਘਰੋਂ। ਜੀ ਇਹ ਪੁਆਇੰਟ ਰੈਲੇਵੈਂਟ ਹੈ ਸੁਮੇਧ ਸਿੰਘ ਸੈਣੀ ਦੇ ਵਿੱਚ ਨੂੰ ਮਿਲਦੀ ਹੋਈ ਪੰਜਾਬ ਪੁਲਿਸ ਤੋਂ ਇਨਫੋਰਮੇਸ਼ਨ ਲਈ। ਮੈਂ ਨਾਲ ਰੀਜ਼ਨਸ ਦੱਸ ਰਿਹਾ। ਉਸ ਤੋਂ ਥੋੜੇ ਦਿਨਾਂ ਦੇ 1-2 ਦਿਨਾਂ ਦੇ ਵਿੱਚ ਸੁਮੇਧ ਸਿੰਘ ਸੈਣੀ ਨੇ ਐਂਟੀਸਪੇਟਰੀ ਬੇਲ ਲਾਤੀ ਆਨਰੇਬਲ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਦੀ ਕੋਰਟ ਦੇ ਵਿੱਚ। ਹੁਣ ਉੱਥੇ ਐਂਟੀਸਪੇਟਰੀ ਬੇਲ ਦੇ ਉਹਨੂੰ ਗ੍ਰਾਂਟ ਹੋਈ ਔਰ ਉਹ ਗ੍ਰਾਂਟ ਹੁੰਦਿਆਂ ਮੈਰਿਟਸ ਆਫ ਦਾ ਕੇਸ ਦੇ ਉੱਤੇ ਇੱਕ ਡੀਟੇਲਡ ਆਰਡਰ ਪਾਸ ਹੋ ਗਿਆ। ਉਸ ਵੇਲੇ ਤੱਕ ਨਾ ਸਿਰਫ FIR ਐਗਜ਼ਿਸਟ ਕਰ ਰਹੀ ਸੀ, ਇਨੀਸ਼ੀਅਲ ਸਟੇਜ ਸੀ ਇਨਵੈਸਟੀਗੇਸ਼ਨ ਦੀ। ਮਿਸਿਸ GK ਮਾਨ ਨਾਂ ਦੇ ਇੱਕ ਲਾਇਰ ਨੇ ਵੀ ਅਪੀਅਰ ਹੋ ਕੇ ਆਈ ਵਿਟਨੈਸ ਅਕਾਊਂਟ ਦਿੱਤਾ ਇਸ ਕੇਸ ਦਾ। ਉਹਨਾਂ ਦੀ 161 ਸਟੇਟਮੈਂਟ ਹੋਈ, ਜਿਹੜੀ 164 ਦੀ ਵੀ ਸਬਸੀਕੁਐਂਟ ਸਟੇਟਮੈਂਟ ਹੋਈ, ਔਰ ਉਹ ਕਿਤੇ ਵੀ ਔਨ ਰਿਕਾਰਡ ਚੀਜ਼ ਨਹੀਂ ਆਈ। ਆਰਡਰ ਦੇ ਵਿੱਚ ਉਹ ਚੀਜ਼ ਕੰਸੀਡਰ ਨਹੀਂ ਹੋਈ, ਡਿਸਪਾਈਟ ਦਾ ਫੈਕਟ ਉਸੇ ਟਾਈਮ ਉਹ ਚੀਜ਼ਾਂ ਹੋਈਆਂ। ਹੁਣ ਉਹ ਇੱਕ ਕੋਰਟ ਦੀ ਡਿਸਕ੍ਰਿਸ਼ਨ ਹੈ, ਉਹ ਜੋ ਮਰਜ਼ੀ ਆਰਡਰ ਪਾਸ ਕਰਨ, ਸਾਡੇ ਕੋਲ ਲੀਗਲ ਰੈਮੇਡੀ ਹੈ ਉਸ ਆਰਡਰ ਨੂੰ ਚੈਲੰਜ ਕਰਨ ਦੀ। ਹੁਣ ਸੁਮੇਧ ਸੈਣੀ ਦੀ ਗਰਾਊਂਡ ਇਹ ਸੀ ਕਿ ਸਰਕਾਰ ਦਾ ਵੈਂਡੇਟਾ ਅਨਲੀਸ਼ ਹੋਇਆ। ਸਾਡਾ ਕਹਿਣਾ ਇਹ ਸੀ ਕਿ ਸਰਕਾਰ ਦਾ ਜੇ ਵੈਂਡੇਟਾ ਹੁੰਦਾ ਪਹਿਲਾਂ ਹੁੰਦਾ ਔਰ ਸਾਨੂੰ ਨਾ ਸਰਕਾਰ ਤੋਂ ਮਤਲਬ ਹੈ ਨਾ ਸੁਮੇਧ ਸਿੰਘ ਸੈਣੀ ਤੋਂ, ਸਾਨੂੰ ਇਨਸਾਫ ਚਾਹੀਦਾ। ਸੁਮੇਧ ਸਿੰਘ ਸੈਣੀ ਨੇ ਗਲਤ ਕੀਤਾ, ਸਾਨੂੰ ਇਨਸਾਫ ਦਿਵਾਇਆ ਜਾਵੇ। ਸਾਡਾ ਮਕਸਦ ਸਿਰਫ ਇਨਸਾਫ ਲਈ ਲੜਨਾ ਹੈ। ਜਿਹੜੀ ਇੱਕ ਫੈਮਿਲੀ ਹੈ ਜਿਹਨੇ ਸਫਰ ਕੀਤਾ 29 ਸਾਲ ਤੋਂ ਇੱਕ ਸਿਸਟਮ ਦੇ ਖਿਲਾਫ ਲੜ ਰਹੀ ਹੈ, ਉਹਨਾਂ ਨੂੰ ਇਸ ਸਿਸਟਮ ਦੇ ਖਿਲਾਫ ਲੜਦਿਆਂ ਹੋਇਆ ਇੰਨਾ ਟਾਈਮ ਹੋਇਆ, ਉਹਨਾਂ ਨੂੰ ਅੱਜ ਇਨਸਾਫ ਦੀ ਉਮੀਦ ਹੈ। ਸੋ ਅੱਜ ਮੁਸ਼ਕਿਲ ਨਾਲ FIR ਦਰਜ ਹੋਈ ਔਰ ਸੁਮੇਧ ਸੈਣੀ ਸਰਕਾਰ ਦਾ ਇੱਕ ਬਹਾਨਾ ਮਾਰ ਕੇ, ਇੱਕ ਝੂਠ ਬੋਲ ਕੇ, ਇੱਕ ਹਾਈਪ ਕ੍ਰੀਏਟ ਕਰਕੇ ਸ਼ਹਿ ਲੈਣ ਦੀ ਉਸ ਚੀਜ਼ ਦੇ ਵਿੱਚ ਕੋਸ਼ਿਸ਼ ਕਰ ਰਿਹਾ। ਹੁਣ ਉਹ ਐਂਟੀਸਪੇਟਰੀ ਬੇਲ ਮਿਲਣ ਦੇ ਨਾਲ ਇਨਵੈਸਟੀਗੇਸ਼ਨ ਡੈਫੀਨਿਟਲੀ ਸਲੋ ਡਾਊਨ ਹੋ ਗਈ। ਉਸ ਤੋਂ ਇਲਾਵਾ ਸੁਮੇਧ ਸਿੰਘ ਸੈਣੀ ਨੇ ਇਨਵੈਸਟੀਗੇਸ਼ਨ ਜੁਆਇਨ ਤਾਂ ਕਰ ਲਈ, ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਉਸ ਤੋਂ ਇਲਾਵਾ ਜਿਵੇਂ ਕਿ 4 ਹੋਰ ਅਕਿਊਜ਼ ਸੀਗੇ ਇਸ ਕੇਸ ਦੇ ਵਿੱਚ ਚੰਡੀਗੜ੍ਹ ਪੁਲਿਸ ਵਾਲੇ, ਕਿਉਂਕਿ ਕੇਸ ਕਸਟੋਡੀਅਲ ਟਾਰਚਰ ਦਾ ਹੈ, ਸੋ ਸਾਰੇ ਪੁਲਿਸ ਵਾਲੇ ਅਕਿਊਜ਼ਡ ਹੈ। ਉਹਨਾਂ ਨੂੰ ਪਤਾ ਹੈ ਕਿਸ ਤਰ੍ਹਾਂ ਲਾਅ ਉਹਨਾਂ ਨੇ ਟਵਿਸਟ ਕੀਤਾ ਹੈ, ਕਿਸ ਤਰ੍ਹਾਂ ਇੱਕ ਇਨੋਸੈਂਟ ਬੰਦੇ ਨੂੰ ਐਲੀਮੀਨੇਟ ਕੀਤਾ ਹੈ, ਉਹਦੇ ਤੇ ਝੂਠੇ ਕੇਸ ਪਲਾਂਟ ਕੀਤੇ ਹੈ। ਸੋ ਉਹਨਾਂ 4 ਪੁਲਿਸ ਵਾਲਿਆਂ ਨੂੰ ਐਂਟੀਸਪੇਟਰੀ ਮਿਲ ਗਈ। ਹੁਣ ਨਾ ਤਾਂ ਉਹਨਾਂ ਨੇ ਕੋਈ ਜਵਾਬ ਦਿੱਤੇ ਸਵਾਲਾਂ ਦੇ, ਨਾ ਸੁਮੇਧ ਸਿੰਘ ਸੈਣੀ ਤੋਂ ਜਵਾਬ ਆਏ। ਸੁਮੇਧ ਸਿੰਘ ਸੈਣੀ ਨੇ ਕਿਹਾ ਜੀ ਉਹਨਾਂ ਨੂੰ ਪਤਾ ਹੈ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤੇ। ਸੋ ਇੱਕ ਦੂਜੇ ਤੇ ਜਾਣਕਾਰੀ ਹੈਗੀ ਹੈ ਕਿ ਸਵਾਲ ਕਿਹੜੇ-ਕਿਹੜੇ ਹੋਏ ਸੀ ਸੁਮੇਧ ਸੈਣੀ ਨੂੰ?
ਦੇਖੋ ਸਵਾਲਾਂ ਦੀ ਸਾਡੇ ਕੋਲ ਇਨਵੈਸਟੀਗੇਸ਼ਨ ਦੀ ਕੋਈ ਡਿਟੇਲ ਨਹੀਂ ਹੈ, ਨਾ ਮੇਰੇ ਕੋਲ ਨਾ ਮੇਰੇ ਕਲਾਇੰਟ ਕੋਲ। ਹੁਣ ਮੈਂ ਉਸੇ ਚੀਜ਼ ਤੇ ਆ ਰਿਹਾ, ਮੈਂ ਤਾਂ ਹੀ ਯਾਨੀ ਸੀਕੁਐਂਸ ਦੇ ਵਿੱਚ ਡਿਟੇਲ 'ਚ ਜਾ ਰਿਹਾ। ਬਿਲਕੁਲ, ਤੁਸੀਂ ਦੱਸੋ। ਸੋ ਉਸ ਤੋਂ ਬਾਅਦ ਅਜੇ ਸਾਨੂੰ ਪਤਾ ਨਹੀਂ ਹੈ ਕਿ ਇਨਵੈਸਟੀਗੇਸ਼ਨ 'ਚ ਕੀ ਹੋ ਰਿਹਾ। ਜਿਸ ਤਰ੍ਹਾਂ ਸੁਮੇਧ ਸਿੰਘ ਸੈਣੀ ਨੂੰ FIR ਦਰਜ ਹੋਣ ਦਾ ਪਤਾ ਲੱਗ ਗਿਆ, ਉਸੇ ਤਰ੍ਹਾਂ ਸੁਮੇਧ ਸਿੰਘ ਸੈਣੀ ਵੱਲੋਂ ਇੱਕ 8 ਜੂਨ ਨੂੰ ਐਪਲੀਕੇਸ਼ਨ ਫਾਈਲ ਹੁੰਦੀ ਹੈ ਕਿ ਜੀ ਇਸ ਕੇਸ 'ਚ 302 ਸੈਕਸ਼ਨ ਮਰਡਰ ਦਾ ਸੈਕਸ਼ਨ ਐਡ ਹੋਣ ਜਾ ਰਿਹਾ ਹੈ, ਇਸ ਕਰਕੇ ਮੈਨੂੰ ਐਂਟੀਸਿਪੇਟਰੀ ਬੇਲ ਦਿੱਤੀ ਜਾਵੇ। ਆਨਰੇਬਲ ਕੋਰਟ ਨੇ ਮੈਜਿਸਟ੍ਰੇਟ ਤੋਂ ਰਿਪੋਰਟ ਨਹੀਂ ਮੰਗਾਈ ਕਿ ਤੁਹਾਨੂੰ ਇਨਫੋਰਮ ਕੀਤਾ ਗਿਆ ਕਿ ਨਹੀਂ, ਨਾ ਪੁਲਿਸ ਫਾਈਲ ਬੁਲਾ ਕੇ ਪੁੱਛਿਆ। ਇਮੀਡੀਏਟਲੀ ਆਰਡਰ ਪਾਸ ਕੀਤਾ ਜਿਹਦੇ 'ਚ ਉਹਨਾਂ ਨੇ ਲਿਖਿਆ ਕਿ ਹੀ ਇਜ਼ ਗ੍ਰਾਂਟਡ ਐਂਟੀਸਿਪੇਟਰੀ ਇੰਟਰਿਮ ਪ੍ਰੋਟੈਕਸ਼ਨ ਦਿੱਤੀ, ਜਿਹੜੀ ਟੈਂਪਰੇਰੀ ਪ੍ਰੋਟੈਕਸ਼ਨ ਜਿਹਨੂੰ ਅਸੀਂ ਕਹਿੰਦੇ ਹਾਂ, ਇੰਟਰਿਮ ਪ੍ਰੋਟੈਕਸ਼ਨ ਦਿੱਤੀ ਫॉर ਸੈਕਸ਼ਨ 302 ਇਫ ਆਲਰੇਡੀ ਐਡਡ। ਐਡ ਹੋਇਆ ਹੈ ਕਿ ਨਹੀਂ ਉਹ ਅਜੇ ਵੈਰੀਫਾਈ ਨਹੀਂ ਕੀਤਾ, ਤਾਂ ਵੀ 302 ਦੇ ਵਿੱਚ ਉਹਦੀ ਅਰੈਸਟ ਸਟੇ ਕਰਤੀ, ਸਾਈਟਿੰਗ ਦਾ ਪ੍ਰੀਵੀਅਸ ਆਰਡਰ ਕਿ ਪਹਿਲਾਂ ਇਹਨੂੰ ਬਾਕੀ ਸੈਕਸ਼ਨ 'ਚ ਮਿਲ ਚੁੱਕੀ ਹੈ। ਹੁਣ ਸਾਡਾ ਉਸ ਚੀਜ਼ ਤੇ ਗਰਾਊ ਸੀ ਕਿ ਜੀ ਸਾਨੂੰ ਤਾਂ ਪਤਾ ਵੀ ਨਹੀਂ ਕਿ 302 ਐਡ ਹੋਈ ਹੈ ਕਿ ਨਹੀਂ, ਔਰ ਸੈਣੀ ਨੂੰ ਪਤਾ ਵੀ ਲੱਗ ਰਿਹਾ ਕੀ ਤਫਤੀਸ਼ ਹੋ ਰਹੀ ਹੈ, ਔਰ ਕੋਰਟ ਦੇ ਵਿੱਚੋਂ ਵਰਚੁਅਲੀ ਉਹ ਇੱਕ ਡਿਸਟ੍ਰਿਕਟ ਕੋਰਟ ਦੇ ਵਿੱਚੋਂ ਬਲੈਂਕਟ ਬੇਲ ਲੈ ਰਿਹਾ ਕਿ ਸੈਕਸ਼ਨ ਜੇ ਐਡ ਨਹੀਂ ਵੀ ਹੋਇਆ ਸੋ ਉਹਦੇ ਤੇ ਵੀ ਉਹਦੀ ਅਰੈਸਟ ਨਹੀਂ ਹੋਊਗੀ। ਸੋ ਇਨਵੈਸਟੀਗੇਸ਼ਨ ਕਿਵੇਂ ਹੋਊਗੀ? ਉਸ ਪੁਆਇੰਟ ਦੇ ਉੱਤੇ ਮੈਂ ਫਿਰ ਆਪਣੇ ਕਲਾਇੰਟ ਨੂੰ ਕਿਹਾ ਕਿ ਜੀ ਦੇਖੋ ਮੈਨੂੰ ਤਾਂ ਨੌਲੇਜ ਹੈ ਨਹੀਂ ਕਿ 302, ਮੇਰੇ ਕਲਾਇੰਟ ਨੇ ਜਦੋਂ ਮੇਰੇ ਨਾਲ ਗੱਲ ਕੀਤੀ ਉਸ ਚੀਜ਼ ਤੇ ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਨਹੀਂ ਪਤਾ ਕਿ 302 ਐਡ ਹੋਈ ਹੈ ਕਿ ਨਹੀਂ, ਤਫਤੀਸ਼ੀ ਫਾਈਲ ਦੀ ਨਾ ਮੇਰੇ ਕਲਾਇੰਟ ਨੂੰ ਨੌਲੇਜ ਨਾ ਮੈਨੂੰ ਨੌਲੇਜ। ਸੋ ਉਸ ਚੀਜ਼ ਦੇ ਉੱਤੇ ਫਿਰ ਇਹਨਾਂ ਨੇ ਡਿਸਟ੍ਰਿਕਟ ਅਟਾਰਨੀ ਕੋਲ ਜਾ ਕੇ ਐਪਲੀਕੇਸ਼ਨ ਦਿੱਤੀ ਇਨ ਪਰਸਨ, ਮਿਸਟਰ ਮੁਲਤਾਨੀ ਨੇ, ਕਿ ਜੀ ਇਸ ਕੇਸ ਦੇ ਵਿੱਚ ਮੈਂ ਕੰਪਲੇਨੈਂਟ ਹਾਂ ਔਰ ਕੋਰਟ ਦੇ ਵਿੱਚ ਆਹ ਆਰਡਰ ਹੋਇਆ। ਇਹ 9 ਜੂਨ ਨੂੰ ਇੱਕ ਐਪਲੀਕੇਸ਼ਨ ਥਰੂ ਡਿਸਟ੍ਰਿਕਟ ਅਟਾਰਨੀ ਫਾਈਲ ਹੋਈ ਬਾਈ ਕੰਪਲੇਨੈਂਟ ਇਨ ਪਰਸਨ, ਜਿਹੜੀ ਸੈਸ਼ਨ ਜੱਜ ਸਾਹਿਬ ਦੇ ਲੱਗੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਜੀ ਦੇਖੋ ਵੀ ਆਹ ਆਰਡਰ ਕੋਰਟ ਨੇ ਕੀਤਾ, 302 ਐਡ ਨਹੀਂ ਹੋਈ, ਮੈਨੂੰ DA ਤੋਂ ਪਤਾ, ਮੈਨੂੰ ਇਨਵੈਸਟੀਗੇਟਿਵ ਏਜੰਸੀ ਤੋਂ ਪੁੱਛਣ ਤੇ ਪਤਾ ਲੱਗ ਰਿਹਾ, ਔਰ ਕੋਰਟ ਅਜੇ ਵੀ ਉਹਨੂੰ ਸਟੇ ਗ੍ਰਾਂਟ ਕਰ ਗਈ। ਦੂਜਾ, ਕੋਰਟ ਇਜ਼ ਰਿਵਿਊਇੰਗ ਵਰਚੁਅਲੀ ਆਪਣੇ ਆਰਡਰ ਦੇ ਉੱਤੇ ਉਹਦੇ ਕੋਰਟ ਦੇ ਹੀ ਪਾਸ ਕੀਤੇ ਆਰਡਰ ਨੂੰ ਰੈਫਰ ਕਰਕੇ ਸੁਮੇਧ ਸੈਣੀ ਰਿਲੀਫ ਲੈ ਰਿਹਾ। ਸੋ ਕਿਤੇ ਨਾ ਕਿਤੇ ਕੋਰਟ ਇਜ਼ ਆਲਸੋ ਐਕਟਿੰਗ ਐਜ਼ ਐਨ ਐਪੀਲੇਟ ਕੋਰਟ, ਜਿੱਥੇ ਉਹ ਆਪਣੇ ਆਰਡਰ ਦੀ ਹੀ ਬੇਸਿਸ ਦੇ ਉੱਤੇ ਦੂਜੇ ਆਰਡਰਸ ਪਾਸ ਕਰ ਰਹੀ ਹੈ। ਬਿਲਕੁਲ ਉਹਨਾਂ ਗਰਾਊਂਡਸ ਨੂੰ ਸਾਈਟ ਕਰਦਿਆਂ ਹੋਇਆ ਔਰ ਸੁਮੇਧ ਸੈਣੀ ਦੀ ਇਨਵੈਸਟੀਗੇਸ਼ਨ ਦੇ ਵਿੱਚ ਮਿਲਦੀ ਹੋਈ ਇਨਫੋਰਮੇਸ਼ਨ ਨੂੰ ਔਰ ਕੋਰਟ ਦੇ ਉਹਨੂੰ ਇੰਟਰਿਮ ਰਿਲੀਫ ਦੇਣ ਦੇ ਉੱਤੇ ਕਿ ਅਜੇ ਸੈਕਸ਼ਨ ਐਡ ਨਹੀਂ ਹੋਇਆ ਤਾਂ ਵੀ ਰਿਲੀਫ ਮਿਲਿਆ, ਉਹਨਾਂ ਗਰਾਊਂਡਸ ਦੇ ਉੱਤੇ ਥਰੂ ਡਿਸਟ੍ਰਿਕਟ ਅਟਾਰਨੀ ਇਹ ਐਪਲੀਕੇਸ਼ਨ ਫਾਈਲ ਹੋਈ 9 ਜੂਨ ਨੂੰ ਕਿ ਸਾਨੂੰ ਉਸ ਕੋਰਟ ਦੇ ਵਿੱਚੋਂ ਕੇਸ ਟ੍ਰਾਂਸਫਰ ਕੀਤਾ ਜਾਵੇ, ਉਹ ਕੇਸ ਉਸ ਕੋਰਟ 'ਚੋਂ ਟ੍ਰਾਂਸਫਰ ਕੀਤਾ ਜਾਵੇ। ਉਹਦਾ ਨੋਟਿਸ 15 ਜੂਨ ਲਈ ਹੋਇਆ, ਜਿਹੜਾ ਉਹ ADJ ਦੀ ਕੋਰਟ ਦੇ ਵਿੱਚ ਮੈਟਰ ਪੈਂਡਿੰਗ ਸੀ, ਉਹ 18 ਜੂਨ ਤੱਕ ਇੰਟਰਿਮ ਰਿਲੀਫ ਸੈਣੀ ਨੂੰ ਮਿਲਿਆ ਸੀ। ਸੋ ਅੱਜ ਮੈਂ ਕੰਪਲੇਨੈਂਟ ਵੱਲੋਂ ਇਸ ਕੇਸ 'ਚ ਵਕਾਲਤਨਾਮਾ ਫਾਈਲ ਕੀਤਾ ਹੈ ਔਰ ਅਸੀਂ ਕੋਰਟ ਨੂੰ ਆ ਰਿਕੁਐਸਟ ਕੀਤੀ ਹੈ ਫਿਰ ਕਿ ਪਹਿਲਾਂ ਤਾਂ ਸੁਮੇਧ ਸੈਣੀ ਦੇ ਲਾਇਰ ਨੇ ਆ ਕੇ ਕਿਹਾ ਕਿ ਜੀ ਸਾਨੂੰ ਟਾਈਮ, ਪਹਿਲਾਂ ਉਹਨਾਂ ਨੇ ਕਿਹਾ ਜੀ ਸੈਣੀ ਨੂੰ ਪਰਸਨਲੀ ਸਰਵਿਸ ਕਰਾਈ ਜਾਏ ਸਮਨ ਦੀ, ਨਾਟ ਥਰੂ ਕਾਉਂਸਲ, ਜਿਹਦੇ ਤੇ ਸਾਡਾ ਇਹ ਆਬਜੈਕਸ਼ਨ ਸੀ ਕਿ ਜੀ ਸੁਮੇਧ ਸੈਣੀ ਨੇ ਇਨ ਪਰਸਨ ਤਾਂ ਪੇਸ਼ ਨਹੀਂ ਹੋਣਾ, ਜੇ ਉਹਨੇ ਇਨ ਪਰਸਨ ਆਉਣਾ ਤਾਂ ਉਹਨੂੰ ਕਰਾਓ, ਨਹੀਂ ਤਾਂ ਥਰੂ ਕਾਉਂਸਲ ਹੋਊਗਾ। ਕੋਰਟ ਨੇ ਉਹ ਗੱਲ ਐਕਸੈਪਟ ਕੀਤੀ ਕਿ ਨਹੀਂ ਥਰੂ ਕਾਉਂਸਲ ਹੀ ਸਰਵਿਸ ਹੋ ਜਾਏ, ਸੋ ਥਰੂ ਕਾਉਂਸਲ ਸਰਵਿਸ ਹੋਈ। ਫਿਰ ਉਹਨਾਂ ਨੇ ਟਾਈਮ ਲੈ ਲਿਆ ਕਿ ਜੀ ਸਾਨੂੰ ਹਫਤੇ ਦਾ ਟਾਈਮ ਦਿਓ, ਕਿਉਂਕਿ ਮਿਸਟਰ ਦਿਓਲ ਨੇ ਬਹਿਸ ਕਰਨੀ ਹੈ ਔਰ ਉਹਨਾਂ ਦੀ ਮਦਰ ਬਿਮਾਰ ਨੇ, ਇਸ ਕਰਕੇ ਹਫਤੇ ਦਾ ਉਹਨਾਂ ਨੇ ਟਾਈਮ ਮੰਗਿਆ। ਨੈਕਸਟ ਟਿਊਜ਼ਡੇ ਵਾਸਤੇ ਇਹ ਕੇਸ ਰੱਖਿਆ ਗਿਆ। ਹੁਣ ਪ੍ਰੋਬਲਮ ਇਹਦੇ ਵਿੱਚ ਇਹ ਆ ਗਈ ਕਿ 18 ਜੂਨ ਨੂੰ ਸੈਣੀ ਦੀ ਐਂਟੀਸਿਪੇਟਰੀ ਬੇਲ ਦੀ 302 ਨੂੰ ਲੈ ਕੇ ਉਸੇ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੈ। ਸੋ ਅਸੀਂ ਆਹ ਰਿਕੁਐਸਟ ਕੀਤੀ ਕਿ ਜੀ ਕਿਉਂਕਿ ਇਹ ਇੰਟਰਿਮ ਟੂ ਕੰਟੀਨਿਊ ਮੰਗ ਰਹੇ ਹੈ, ਸਾਡੀ ਰਿਕੁਐਸਟ ਹੈ ਫॉर ਅ ਟ੍ਰਾਂਸਫਰ ਆਫ ਦ ਕੇਸ ਫਰਮ ਦੈਟ ਕੋਰਟ। ਸੋ ਇਸ ਕਰਕੇ ਉਹ ਕੋਰਟ ਕਿਤੇ ਵੀ ਇਸ ਕੇਸ ਨੂੰ ਕੋਈ ਆਰਡਰ ਇਹੋ ਜਿਹਾ ਨਾ ਪਾਸ ਕਰੇ ਕਿ ਫਾਈਨਲੀ ਡਿਸਾਈਡ ਹੋ ਜਾਏ ਕੇਸ ਐਂਡ ਟ੍ਰਾਂਸਫਰ ਐਪਲੀਕੇਸ਼ਨ ਬਿਕਮਸ ਇਨਫਰਕਚੁਅਸ। ਸੋ ਉਹ ਅਸੀਂ ਸੈਸ਼ਨ ਜੱਜ ਸਾਹਿਬ ਦੇ ਅੱਜ ਰਿਕੁਐਸਟ ਕੀਤੀ ਕਿ ਫਾਈਨਲ ਆਰਡਰ ਸਟੇ ਕਰ ਦਿਓ ਤਾਂ ਕਿ 18 ਤਰੀਕ ਨੂੰ ਫਾਈਨਲੀ ਇਹ ਮੈਟਰ ਡਿਸਾਈਡ ਨਾ ਹੋ ਸਕੇ ਜਦੋਂ ਤੱਕ ਟ੍ਰਾਂਸਫਰ ਐਪਲੀਕੇਸ਼ਨ ਨਹੀਂ ਡਿਸਾਈਡ ਹੁੰਦੀ। ਜੀ ਬੇਸ਼ੱਕ ਉਹਦੇ ਤੇ ਸੈਣੀ ਨੂੰ ਇੰਟਰਿਮ ਜੀ ਇੱਕ ਇਹ ਦੱਸੋ ਕਿ ਜਿਹੜੀ ਐਪਲੀਕੇਸ਼ਨ ਫਾਈਲ ਕੀਤੀ ਹੈ ਕਿ ਕਿਸੇ ਹੋਰ ਕੋਰਟ ਦੇ ਵਿੱਚ, ਇਹ ਮਤਲਬ ਕਿ ਇਸੇ ਕੋਰਟ ਦੇ ਦੌਰਾਨ ਜਿਹੜਾ ਚੰਡੀਗੜ੍ਹ ਦੇ ਵਿੱਚ ਹੀ ਕਿਸੇ ਹੋਰ ਕੋਰਟ ਵਿੱਚ ਜਾਂ ਹੋਰ ਸੂਬੇ ਦੇ ਵਿੱਚ ਜਾ ਕੇ ਕੇਸ ਲੜਨਾ ਚਾਹੁੰਦੇ ਨੇ? ਨਹੀਂ, ਇਹ ਮੋਹਾਲੀ ਦੇ ਵਿੱਚ ਹੀ ਅਸੀਂ ਕਿਹਾ ਕਿ ਇੱਕ ਪਾਰਟਿਕੂਲਰ ਕੋਰਟ ਜਿਨ੍ਹਾਂ ਨੇ ਮਾਈਂਡ ਅਪਲਾਈ ਕਰਕੇ ਇਸ ਹੱਦ ਤੱਕ ਇੰਟਰਿਮ ਰਿਲੀਫ ਦੇਤਾ, ਮੈਰਿਟਸ ਟੱਚ ਕਰਤੀਆਂ ਕੇਸ ਦੀਆਂ, ਆਰਡਰ ਦੇ ਵਿੱਚ ਆ ਨਹੀਂ ਲਿਖਿਆ ਕਿ ਬੇਲ ਦੇ ਵਿੱਚ ਮੈਰਿਟਸ ਤੇ ਦਿੱਤੀਆਂ ਫਾਈਂਡਿੰਗ ਵਿਲ ਹੈਵ ਨੋ ਰੈਲੇਵੈਂਸ ਔਨ ਦ ਬੇਅਰਿੰਗ ਆਫ ਦ ਮੈਰਿਟਸ ਆਫ ਦ ਕੇਸ, ਉਹ ਚੀਜ਼ ਨਹੀਂ ਲਿਖੀ। ਸੋ ਇਹੋ ਜਿਹੀ ਇੱਕ ਡਿਟੇਲਡ ਵਰਚੁਅਲੀ ਬੇਲ ਦੇ ਵਿੱਚ ਨਹੀਂ ਹੁੰਦੀ ਜੋ ਕੋਰਟ ਨੇ ਕਰਤੀ, ਔਰ ਉਸ ਗਰਾਊਂਡ ਤੇ ਪਲੱਸ ਆ 302 ਦੇ ਵਿੱਚ ਕਿ ਜੀ 302 ਐਡ ਹੋਈ ਵੀ ਹੈ ਕਿ ਨਹੀਂ ਬਿਨਾਂ ਵੈਰੀਫਾਈ ਕੀਤੇ ਉਹਦੀ ਅਰੈਸਟ ਕਰ ਦੇਣਾ 302 ਦੇ ਵਿੱਚ।
ਇਸ ਉਸ ਗਰਾਊਂਡ ਦੇ ਉੱਤੇ ਬੇਸਿਕਲੀ ਅਸੀਂ ਕਿਹਾ ਕਿ ਕਿਸੇ ਵੀ ਹੋਰ ਜੱਜ ਕੋਲ ਲਿਸਟ ਕਰ ਦਿਓ ਐਕਸੈਪਟ ਦ ਪਾਰਟਿਕੂਲਰ ਜੱਜ ਹੀਅਰਿੰਗ ਦ ਮੈਟਰ ਹੂ ਹੈਜ਼ ਆਲਰੇਡੀ ਅਪਲਾਈਡ ਹਰ ਮਾਈਂਡ ਇਨ ਦ ਕੇਸ। ਮਤਲਬ ਤੁਸੀਂ ਇਹ ਚੀਜ਼ ਮੰਨਦੇ ਹੋ ਕਿ ਅਦਾਲਤ ਦੇ ਉੱਤੇ ਵੀ ਸੁਮੇਧ ਸੈਣੀ ਦਾ ਹੁਣ ਵੀ ਇੰਨਾ ਪ੍ਰਭਾਵ ਹੈ? ਦੇਖੋ ਹੁਣ ਜਿਹੜੀ ਐਪਲੀਕੇਸ਼ਨ ਲੱਗੀ ਹੈ ਇਹ ਉਸ ਇਨਫੋਰਮੇਸ਼ਨ ਦੇ ਉੱਤੇ ਹੈ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਨਹੀਂ ਸੀ, ਪੁਲਿਸ ਦੀ ਫਾਈਲ ਦੀ ਸੁਮੇਧ ਸਿੰਘ ਸੈਣੀ ਕੋਲ ਸੀ। ਬਿਲਕੁਲ। ਦੂਜੀ ਗੱਲ, ਹੁਣ ਕੋਰਟ ਦੇ ਵਿੱਚੋਂ ਉਹਨੇ ਕਿਸ ਤਰ੍ਹਾਂ ਉਹਨੇ ਐਂਟੀਸਪੇਟਰੀ ਸੁਮੇਧ ਸਿੰਘ ਸੈਣੀ ਕੋਰਟ ਦੇ ਵਿੱਚ ਆਪਣੇ ਆਪ ਨੂੰ ਇੱਕ ਵਿਕਟਿਮ ਸ਼ੋ ਕਰ ਰਿਹਾ, ਹਾਲਾਂਕਿ ਤਸ਼ੱਦਦ ਪੂਰੀ ਸੁਮੇਧ ਸਿੰਘ ਸੈਣੀ ਵੱਲੋਂ ਕੀਤੀ ਗਈ ਹੈ। ਅੱਜ ਅਸੀਂ ਇਹੀ ਚੀਜ਼ ਸ਼ੋ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੋਰਟ ਨੂੰ ਕਿ ਕਿਸ ਤਰ੍ਹਾਂ 29 ਸਾਲ ਉਹਨੇ ਇਨਵੈਸਟੀਗੇਸ਼ਨ ਸ਼ੁਰੂ ਨਹੀਂ ਹੋਣ ਦਿੱਤੀ, ਔਰ ਅੱਜ ਜਦੋਂ ਇਨਵੈਸਟੀਗੇਸ਼ਨ ਸ਼ੁਰੂ ਹੋ ਰਹੀ ਹੈ ਸੁਮੇਧ ਸਿੰਘ ਸੈਣੀ ਇੱਕ ਵਿਕਟਿਮ ਬਣ ਕੇ ਆਪਣੇ ਆਪ ਨੂੰ ਕੋਰਟ ਦੇ ਸਾਹਮਣੇ ਪ੍ਰੋਜੈਕਟ ਕਰ ਰਿਹਾ, ਔਰ ਕੋਰਟ ਨੂੰ ਇਹ ਸ਼ੋ ਕਰ ਰਿਹਾ ਕਿ ਉਸ ਸੁਮੇਧ ਸਿੰਘ ਸੈਣੀ ਨੂੰ ਅੱਜ ਸਿਰਫ ਕੋਰਟ ਤੋਂ ਹੀ ਇਨਸਾਫ ਮਿਲ ਸਕਦਾ ਹੈ। ਉਹ ਸੁਮੇਧ ਸਿੰਘ ਸੈਣੀ ਜਿਹਨੇ ਜੱਜਿਸ ਦੇ ਫੋਨ ਟੈਪ ਕਰਨ ਦੇ ਇਲੀਗਲੀ ਜਿਹਦੇ ਤੇ ਐਲੀਗੇਸ਼ਨਸ ਲੱਗੇ ਆ, ਜਿਹਦੇ ਤੇ ਜੱਜਿਸ ਨੂੰ ਇੰਟੀਮੀਡੇਟ ਕਰਨ ਦੇ ਐਲੀਗੇਸ਼ਨਸ ਲੱਗੇ ਆ, ਉਹ ਸੁਮੇਧ ਸਿੰਘ ਸੈਣੀ ਜਿਹਨੂੰ ਸ਼ਾਇਦ ਅਸੀਂ ਅੱਜ ਸਟਿਗਮਾ ਔਨ ਯੂਨੀਫਾਰਮ ਕਹਿੰਦੇ ਆ, ਸ਼ਾਇਦ ਕਿ ਉਹਨੂੰ ਕਹਿੰਦੇ ਹੀ ਆ ਸਾਰੇ ਸਟਿਗਮਾ ਔਨ ਯੂਨੀਫਾਰਮ, ਉਸ ਸੁਮੇਧ ਸਿੰਘ ਸੈਣੀ ਨੂੰ ਅੱਜ ਕੋਰਟ ਤੋਂ ਇਨਸਾਫ ਦੇ ਲਈ ਇਹ ਸਮਝੋ ਇਨਸਾਫ ਮੰਗਣਾ ਕੋਰਟ ਤੋਂ ਸੁਮੇਧ ਸਿੰਘ ਸੈਣੀ ਦਾ ਸਭ ਤੋਂ ਵੱਡਾ ਸਾਡੇ ਜੁਡੀਸ਼ੀਅਲ ਸਿਸਟਮ ਦੀ ਇੱਕ ਮੌਕਰੀ ਮੈਂ ਕਹਾਂਗਾ ਹੋ ਰਹੀ ਹੈ, ਕਿਉਂਕਿ ਉਹਨੇ ਸਾਰੀ ਜ਼ਿੰਦਗੀ ਇਸ ਸਿਸਟਮ ਦਾ ਹੀ ਮਜ਼ਾਕ ਉਡਾਇਆ। ਕਿਸ ਤਰ੍ਹਾਂ ਉਹਨੇ ਲੋਕਾਂ ਨੂੰ ਕੋਰਟ ਤੋਂ ਇਨਸਾਫ ਲੈਣ ਤੋਂ ਰੋਕਿਆ, ਈਦਰ ਬਾਈ ਪ੍ਰੀਐਮਪਟਿੰਗ ਔਰ ਬਾਈ ਥ੍ਰੈਟਨਿੰਗ ਜੱਜਿਸ, ਇੰਟੀਮੀਡੇਟਿੰਗ ਵਿਟਨੈਸਿਸ। ਸੋ ਉਹ ਚੀਜ਼ ਹੈ, ਔਰ ਅੱਜ ਉਹ ਕੋਰਟ ਤੋਂ ਵੀ ਇਹੋ ਜਿਹਾ ਆਪਣੇ ਆਪ ਨੂੰ ਪ੍ਰੋਜੈਕਸ਼ਨ ਕਰ ਰਿਹਾ ਕਿ ਜੀ ਸਰਕਾਰ ਵੈਂਡੇਟਾ ਅਨਲੀਸ਼ ਕਰ ਰਹੀ ਹੈ। ਉਹ ਇਸ ਗੱਲ ਤੇ ਨਹੀਂ ਆ ਰਿਹਾ ਕਿ ਜਿਹੜੇ ਲੋਕ ਮਾਰੇ ਗਏ ਆ ਇਸ ਕੇਸ ਦੇ ਵਿੱਚ ਉਹ ਇਨੋਸੈਂਟ ਸੀ ਜਾਂ ਨਹੀਂ, ਉਹਨਾਂ ਤੇ ਕੋਈ ਹੋਰ ਕੇਸ ਸੀ ਕਿ ਨਹੀਂ, ਉਸ ਗੱਲ ਤੇ ਨਹੀਂ ਉਹ ਆ ਰਿਹਾ। ਵਿਕ ਸਾਹਿਬ, ਇੱਕ ਹੋਰ ਗੱਲ ਹੈ ਕਿ ਕਿਹੜੇ ਦਸਤਾਵੇਜ਼ ਜਿਹੜੇ ਸੈਣੀ ਨੇ ਕੋਈ ਪੁਖਤਾ ਦਸਤਾਵੇਜ਼ ਪੇਸ਼ ਕੀਤੇ ਕਿ ਮੈਨੂੰ 302 ਲੱਗਣ ਜਾ ਰਹੀ ਹੈ ਤੇ ਉਹਦੇ ਵਿੱਚ ਜ਼ਮਾਨਤ ਹੋ ਜੇ? ਨਹੀਂ, 302 ਐਡ ਹੀ ਨਹੀਂ ਹੋਈ। 302 ਸੁਮੇਧ ਸਿੰਘ ਸੈਣੀ ਕਿਵੇਂ ਕਹਿ ਰਿਹਾ ਕਿ ਉਹਦੇ ਤੇ 302? ਦੇਖੋ ਮੈਂ ਉਹੀ ਗੱਲ ਕਹਿ ਰਿਹਾ, ਐਜ਼ ਅ ਲਾਇਰ ਮੈਨੂੰ ਨਹੀਂ ਪਤਾ ਕਿ 302 ਐਡ ਹੋ ਰਹੀ ਹੈ ਉਹਦੇ ਤੇ ਕਿ ਨਹੀਂ। ਤੇ ਅਦਾਲਤ ਨੇ ਕਿਵੇਂ ਮੰਨ ਲਿਆ? ਇਦਾਂ ਤਾਂ ਕੋਈ ਵੀ ਵਰਬਲੀ ਜਾ ਕੇ ਕਹਿ ਸਕਦਾ ਕਿ ਮੇਰੇ ਤੇ 302 ਲੱਗਣ ਵਾਲੀ ਹੈ, ਜ਼ਮਾਨਤ ਕੋਈ ਵੀ ਲੈ ਸਕਦਾ। ਉਹੀ ਗੱਲ ਹੈ, ਤਾਂ ਹੀ ਅਸੀਂ ਆ ਐਪਲੀਕੇਸ਼ਨ ਮੂਵ ਕੀਤੀ ਹੈ ਕਿ ਜੀ ਇੰਨੀ ਜ਼ਿਆਦਾ ਵੀ ਐਂਟੀਸਿਪੇਸ਼ਨ ਨਾ ਰੱਖੋ ਕਿ ਇੱਕ ਬੰਦਾ ਸਿਰਫ ਵਿਕਟਿਮ ਹੀ ਹੈ। ਇਹ ਤਾਂ ਜੇ ਤੁਸੀਂ ਪ੍ਰੀਜ਼ੰਪਸ਼ਨ ਹੀ ਇਸ ਹੱਦ ਤੱਕ ਡਰਾ ਕਰ ਲਓਗੇ, ਸਾਡੀ ਟ੍ਰਾਂਸਫਰ ਦੀ ਗਰਾਊਂਡ ਕੀ ਹੈ? ਇਟ ਇਜ਼ ਨਾਟ ਕਿ ਅਸੀਂ ਕੋਈ ਜੱਜ ਤੇ ਐਲੀਗੇਸ਼ਨ ਲਾ ਰਹੇ ਹਾਂ ਕਿ ਜੱਜ ਬਾਇਸਡ ਹੈ। ਅਸੀਂ ਸਾਡਾ ਇੱਕ ਮਾਈਂਡਸੈਟ ਇਹ ਹੈ ਕਿ ਜੱਜ ਆ ਸ਼ੋ ਕਰ ਰਹੀ ਹੈ ਕਿ ਹਾਂ ਕਿਤੇ ਨਾ ਕਿਤੇ ਸੈਣੀ ਇੱਕ ਵਿਕਟਿਮ ਬਣ ਗਿਆ ਕਿ ਉਹਦੇ ਤੇ 302 ਵੀ ਜੇ ਲੱਗ ਰਹੀ ਹੈ ਉਹਨੂੰ ਅਰੈਸਟ ਨਾ ਕਰੋ। ਵੇਖੋ ਸਾਡਾ ਤਾਂ ਇਸ ਗੱਲ ਤੇ ਅਸੀਂ ਟ੍ਰਾਂਸਫਰ ਮੰਗ ਰਹੇ ਹਾਂ ਕਿ 302 ਵਰਗਾ ਆਫੈਂਸ ਜਿਹੜਾ ਐਡ ਨਹੀਂ ਹੋਇਆ, ਐਡ ਹੋਣ ਤੋਂ ਪਹਿਲਾਂ ਐਂਟੀਸਿਪੇਸ਼ਨ ਦੇ ਵਿੱਚ ਉਹਨੂੰ ਐਂਟੀਸਿਪੇਟਰੀ ਮਿਲਣਾ, ਇਹ ਇਸ ਹੱਦ ਤੱਕ ਦਾ ਉਹਨੂੰ ਰਿਲੀਫ ਮਿਲਣਾ ਡੈਫੀਨਿਟਲੀ ਉਹਨਾਂ ਸੈਕਸ਼ਨਸ ਦੇ ਉੱਤੇ ਮਿਲਣਾ, ਇਹਨੇ ਹੀਨੀਅਸ ਆਫੈਂਸਸ ਦੇ ਸੈਕਸ਼ਨਸ ਜਿਹੜੇ ਅਜੇ ਐਡ ਵੀ ਨਹੀਂ ਹੋਏ, ਕਿਤੇ ਨਾ ਕਿਤੇ ਇਜ਼ ਵੈਰੀ ਡੀਮੋਰਲਾਈਜ਼ਿੰਗ ਫॉर द ਇਨਵੈਸਟੀਗੇਟਿਵ ਏਜੰਸੀ ਐਂਡ ਫॉर द ਕੰਪਲੇਨੈਂਟ। तो ਸਾਡੀ ਆ ਰਿਕੁਐਸਟ ਹੈ ਇਸ ਕਰਕੇ ਜਿੱਥੇ ਇਹੋ ਜਿਹਾ ਸੁਮੇਧ ਸਿੰਘ ਸੈਣੀ ਲਈ ਇੱਕ ਪ੍ਰੀਜ਼ੰਪਸ਼ਨ ਪ੍ਰੋਬੇਬਲੀ ਹੈ ਕਿ ਹਾਂ ਉਹਦੇ ਨਾਲ ਧੱਕਾ ਹੋ ਰਿਹਾ ਹੈ, ਉਸ ਕੋਰਟ ਦੇ ਵਿੱਚ ਇਹ ਮੈਟਰ ਨਾ ਸੁਣਿਆ ਜਾਵੇ। देयर आर नो पर्सनल एलिगेशंस। ਉਹ ਇੱਕ ਜੁਡੀਸ਼ੀਅਲ ਬਾਇਸ ਹੁੰਦਾ ਹੈ ਕਿ ਕਿਤੇ ਜੱਜ ਸਾਹਿਬ ਨੇ ਮਾਈਂਡ ਅਪਲਾਈ ਕਰ ਲਿਆ, ਇੱਕ ਓਪੀਨੀਅਨ ਬਣਾ ਲਿਆ, ਤਾਂ ਹੀ ਇੰਨੀ ਡਿਟੇਲਡ ਉਹਨਾਂ ਨੇ ਇੱਕ ਆਰਡਰ ਪਾਸ ਕੀਤਾ। ਹੁਣ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਸੀਂ ਰੇਜ਼ ਕੀਤਾ ਹੈ ਪ੍ਰੈਸ ਕਟਿੰਗਸ ਦੇ ਉੱਤੇ ਕਿ ਸੁਮੇਧ ਸਿੰਘ ਸੈਣੀ ਕਰਫਿਊ ਦੇ ਵਿੱਚ ਭੱਜਿਆ, ਲੇਕਿਨ ਪ੍ਰੋਸੀਕਿਊਸ਼ਨ ਨੇ ਇਹ ਗੱਲ ਪੁਆਇੰਟ ਆਊਟ ਨਹੀਂ ਕੀਤੀ। ਹੁਣ ਜੇ ਪ੍ਰੋਸੀਕਿਊਸ਼ਨ ਨੇ ਪੁਆਇੰਟ ਆਊਟ ਨਹੀਂ ਕੀਤੀ, ਇਹਦੇ ਸਾਡਾ ਕੀ ਕਸੂਰ ਹੈ? Why should the complainant suffer because of some lapse on the part of prosecution? ਉਸ ਚੀਜ਼ ਦਾ ਨੁਕਸਾਨ ਸਾਨੂੰ ਹੋ ਰਿਹਾ, ਪ੍ਰੀਜ਼ੰਪਸ਼ਨ ਕੋਰਟ ਨੇ ਡਰਾ ਕਰ ਲਈ। ਵਿਕ ਸਾਹਿਬ ਇਹ ਦੱਸੋ ਕਿ ਜੇਕਰ ਮੰਨ ਲਓ ਕਿ ਅਦਾਲਤ ਤੁਹਾਡੀ ਇਹ ਚੀਜ਼ ਮੰਨ ਲੈਂਦੀ ਹੈ ਕਿ ਕਿਸੇ ਹੋਰ ਅਦਾਲਤ ਵਿੱਚ ਕੇਸ ਟ੍ਰਾਂਸਫਰ ਕਰ ਦਿੱਤਾ ਜਾਂਦਾ ਹੈ, ਕੀ ਜਿਹੜੀ ਸੈਣੀ ਦੇ ਖਿਲਾਫ 302 ਧਾਰਾ ਦੇ ਵਿੱਚ ਜਿਹੜੀ ਉਹਨੂੰ ਐਂਟੀਸਿਪੇਟਰੀ ਬੇਲ ਪਹਿਲਾਂ ਹੀ ਦੇ ਦਿੱਤੀ ਬਿਨਾਂ ਧਾਰਾ ਲੱਗਿਆ, ਉਹ ਰੱਦ ਹੋ ਸਕਦੀ ਹੈ ਫਿਰ ਐਂਟੀਸਿਪੇਟਰੀ ਬੇਲ? ਦੇਖੋ ਉਹ ਤਾਂ ਫਿਰ ਉਹਦੇ ਤੇ ਆਰਗੂਮੈਂਟਸ ਹੋਣਗੇ ਨਾ। 302 ਦੇ ਉੱਤੇ ਤਾਂ ਮਿਲੂਗੀ ਜੇ ਐਡ ਹੋਇਆ, ਐਂਟੀਸਿਪੇਟਰੀ 302 ਤਾਂ ਜੇ ਉਹਦੇ ਤੇ ਐਡ ਹੀ ਨਹੀਂ ਹੋਈ। ਉਸੇ ਕਰਕੇ ਅਸੀਂ ਕਿਹਾ ਜੀ ਇਹ ਫਾਈਨਲੀ ਡਿਸਾਈਡ ਨਾ ਹੋਵੇ ਐਂਡ ਲੈਟ ਐਨੀ ਅਦਰ ਜੱਜ ਹੇਅਰ ਦੀ ਮੈਟਰ ਐਂਡ ਡਿਸਾਈਡ। ਉਹੀ ਸਾਡੀ ਪ੍ਰੇਅਰ ਹੈ। ਸੋ ਉਸ ਕਰਕੇ ਹੁਣ ਜੇ ਕਿਤੇ ਹੋਰ ਜਾਊਗੀ, ਇੰਟੈਰਿਮ ਇਹਨੂੰ ਮਿਲੀ ਹੋਈ ਹੈ, ਫਾਈਨਲ ਤਾਂ ਆਰਗੂਮੈਂਟਸ ਉਹਦੇ ਤੇ ਹੋਣੇ ਹੈ, ਉਹ ਬਿਲਕੁਲ ਰੱਦ ਹੋ ਸਕਦੀ ਹੈ, ਇੰਟੈਰਿਮ ਵਿਕੇਟ ਹੋ ਸਕਦੀ ਹੈ।
ਜੀ ਵਿਰਕ ਸਾਹਿਬ, ਇੱਕ ਹੋਰ ਆਪਾਂ ਇਹਦੇ ਥੋੜਾ ਪਿਛੋਕੜ ਚ ਜਾਈਏ। ਪਿਛਲੇ ਦਿਨਾਂ ਦੌਰਾਨ ਬਹੁਤ ਕੁਝ ਜਿਹੜਾ ਸਾਹਮਣੇ ਆਇਆ ਨਿਕਲ ਕੇ ਕਿ ਸੀਬੀਆਈ ਵੀ ਜਿਹੜੀ ਹੈ ਉਹ ਆਪਣੇ ਪੈਰ ਪਿੱਛੇ ਖਿੱਚਦੀ ਨਜ਼ਰ ਆਈ। ਸੀਬੀਆਈ ਬਾਰੇ ਦੱਸੋ ਕਿ ਜਦੋਂ ਇਹ ਕੇਸ ਸੀਬੀਆਈ ਕੋਲ ਸੀ ਤਾਂ ਉਸ ਵੇਲੇ ਸੁਪਰੀਮ ਕੋਰਟ ਨੇ ਕੀ ਕੁਝ ਕਿਹਾ ਸੀ, ਫਿਰ ਇਹ ਜਦੋਂ ਵਾਪਸ ਮੁਲਤਾਨੀ ਉਹਨਾਂ ਨੂੰ ਕਿਹਾ ਕਿ ਤੁਸੀਂ ਦੁਬਾਰਾ ਇਸ ਤੇ ਅਪੀਲ ਕਰ ਸਕਦੇ ਹੋ, ਉਹਦੇ ਬਾਰੇ ਥੋੜਾ ਵਿਸਤਾਰ ਨਾਲ ਦੱਸੋ ਤਾਂ ਕਿ ਸਮਝ ਆ ਸਕੇ ਕਿ ਕਿਵੇਂ ਕਾਨੂੰਨੀ ਦਾਅ ਪੇਚ ਲਗਾ ਕੇ ਜਿਹੜਾ ਸੁਮੇਧ ਸੈਣੀ ਵੱਲੋਂ ਇਸ ਤਰ੍ਹਾਂ ਕਾਨੂੰਨ ਤੋਂ ਜਿਹੜਾ ਭੱਜਿਆ ਜਾ ਰਿਹਾ ਜਾਂ ਖੇਡਿਆ ਜਾ ਰਿਹਾ ਕਾਨੂੰਨ ਦੇ ਨਾਲ। ਦੇਖੋ, ਮੈਂ ਸ਼ੁਰੂਆਤ ਫਿਰ ਇਸ ਕੁਐਸਚਨ ਦਾ ਜਵਾਬ ਦੇਣ ਲੱਗਿਆ ਮੈਂ ਫਿਰ ਉਸੇ ਗੱਲ ਤੋਂ ਸ਼ੁਰੂ ਕਰਾਂਗਾ। ਤੁਹਾਡੇ ਦਰਸ਼ਕ ਵੀ ਤੇ ਤੁਸੀਂ ਵੀ ਆਮ ਸ਼ੋਰ ਇਸ ਗੱਲ ਤੇ ਐਗਰੀ ਕਰੋਗੇ ਕਿ ਜੇ 29 ਸਾਲ ਕੇਸ ਸ਼ੁਰੂ ਹੋਣ ਨੂੰ ਲੱਗੇ ਤੇ ਸੁਮੇਧ ਸਿੰਘ ਸੈਣੀ ਦਾ ਇਨਫਲੂਐਂਸ ਕਿੰਨਾ ਜ਼ਿਆਦਾ ਰਿਹਾ ਹਰ ਕਦਮ ਤੇ। ਹੁਣ ਜਦੋਂ 2011 7 ਦਸੰਬਰ 2011 ਨੂੰ ਆਨਰੇਬਲ ਸੁਪਰੀਮ ਕੋਰਟ ਨੇ ਕੁਐਸ਼ ਕੀਤਾ ਸਾਰਾ ਕੁਝ, ਉਦੋਂ ਉਹਨਾਂ ਨੇ ਇੱਕ ਡਾਇਰੈਕਸ਼ਨ ਦਿੱਤੀ, ਇੱਕ ਲਿਬਰਟੀ ਦਿੱਤੀ ਕਿ ਕੰਪਲੇਨੈਂਟ ਕੈਨ ਇਨੀਸ਼ੀਏਟ ਦੀ ਪ੍ਰੋਸੀਡਿੰਗਸ ਇਫ ਪਰਮਿਸਿਬਲ ਅੰਡਰ ਲਾਅ, ਜਿਹਦਾ ਮਤਲਬ ਸੀ ਕਿ ਫਰੈਸ਼ ਪ੍ਰੋਸੀਡਿੰਗਸ ਕੰਪਲੇਨੈਂਟ ਮਤਲਬ ਐਗਰੀਵਡ ਪਾਰਟੀ ਇਨੀਸ਼ੀਏਟ ਕਰ ਸਕਦੀ, ਜੋ ਉਹਨਾਂ ਨੇ ਇਨੀਸ਼ੀਏਟ ਕੀਤੀਆਂ। ਹੁਣ ਇਹ ਆਫੈਂਸਸ ਜਿਹੜੇ ਸੈਕਸ਼ਨ ਐਡ ਹੋਏ ਐ, ਆਫੈਂਸਸ ਅੰਡਰ ਪਾਰਟਿਕੂਲਰ ਸੈਕਸ਼ਨਸ ਇਸ ਕੇਸ ਦੇ ਵਿੱਚ, ਉਹਨਾਂ ਦੇ ਵਿੱਚ ਕੋਈ ਇਹ ਨਹੀਂ ਹੈ ਕਿ ਲਿਮਿਟੇਸ਼ਨ ਹੈ ਕਿ 1 ਸਾਲ ਦੇ ਵਿੱਚ ਕੰਪਲੇਂਟ ਦੇਣੀ ਹੈ, 2 ਸਾਲ ਦੇ ਵਿੱਚ ਦੇਣੀ ਹੈ। ਦੇ ਆਰ ਹੀਨੀਅਸ ਆਫੈਂਸਸ ਜਿਨ੍ਹਾਂ ਦੇ ਵਿੱਚ ਕੋਈ ਲਿਮਿਟੇਸ਼ਨ ਪੀਰੀਅਡ ਨਹੀਂ ਸੀ। ਸੋ ਕਿਸੇ ਵੀ ਕਾਰਨ ਕਰਕੇ ਸੀਬੀਆਈ ਇਸ ਰਿਕਾਰਡ ਨੂੰ ਵੀਡ ਆਊਟ ਕਰ ਹੀ ਨਹੀਂ ਸਕਦੀ ਸੀ ਜੇ ਆਪਾਂ ਲੀਗਲੀ ਇਸ ਚੀਜ਼ ਨੂੰ ਦੇਖੀਏ। ਲੀਗਲੀ ਵੀਡ ਆਊਟ ਉਹਨਾਂ ਦਾ ਰਿਕਾਰਡ 5 ਸਾਲਾਂ ਬਾਅਦ ਉਹ ਹੁੰਦਾ ਹੈ ਜਿਹੜਾ ਕੇਸ ਬੰਦ ਹੋ ਗਿਆ ਹੋਵੇ ਜਾਂ ਜਿਹਦੇ ਵਿੱਚ ਕੋਈ ਕੈਂਸਲੇਸ਼ਨ ਰਿਪੋਰਟ ਆਈ, ਉਹਨਾਂ ਨੇ ਅੱਗੇ ਚੈਲੰਜ ਨਹੀਂ ਕੀਤੀ ਜਾਂ ਚੈਲੰਜ ਕਰਕੇ ਅਪੀਲ ਡਿਸਮਿਸ ਹੋ ਗਈ, ਉਹ ਰਿਕਾਰਡ ਹੈ। ਇਹ ਤਾਂ ਕੇਸ ਪੈਂਡਿੰਗ ਸੀ ਜਿਹਦੀ ਲਿਮਿਟੇਸ਼ਨ ਹੀ ਹੈ ਨਹੀਂ, ਕਿਸੇ ਵੀ ਐਂਗਲ ਤੋਂ ਇਸ ਕੇਸ ਨੂੰ ਬੰਦ ਕਰ ਹੀ ਨਹੀਂ ਸਕਦੇ ਸੀ। ਸੀਬੀਆਈ ਕਾਂਟ ਸੇ ਕਿ ਜੀ ਅਸੀਂ ਕੋਰਟ ਦਾ ਆਰਡਰ ਤਾਂ ਐਕਸੈਪਟ ਕਰਦੇ ਹਾਂ ਫॉर ਵੀਡਿੰਗ ਆਊਟ ਦੀ ਫॉर ਕੁਐਸ਼ਨਿੰਗ ਦੀ ਐਫਆਈਆਰ, ਵੀਡ ਆਊਟ ਕਰਨ ਦੇ ਲਈ ਅਸੀਂ ਦੂਜਾ ਪਾਰਟ ਆਰਡਰ ਦਾ ਕਿ ਫਰੈਸ਼ ਕੰਪਲੇਂਟ ਆ ਸਕਦੀ ਹੈ ਉਹ ਅਸੀਂ ਐਕਸੈਪਟ ਨਹੀਂ ਕਰਦੇ। ਇਹ ਤਾਂ ਪਲੀਜ਼ ਸਟੈਂਡ ਹੀ ਨਹੀਂ ਕਰਦੀ ਸੀਬੀਆਈ ਦੀ ਕਿਸੇ ਵੀ ਐਂਗਲ ਤੋਂ। ਦੂਜੀ ਗੱਲ, ਜਦੋਂ 2016 ਦੇ ਵਿੱਚ ਇੱਕ ਵਾਰੀ ਰਿਕਾਰਡ ਮਿਲ ਗਿਆ ਸੀਬੀਆਈ ਨੂੰ ਕੋਰਟ ਚੋਂ, ਆਨਰੇਬਲ ਹਾਈ ਕੋਰਟ ਚੋਂ ਵਾਪਸ, ਸੋ 5 ਸਾਲ ਤਾਂ ਵੈਸੇ ਵੀ 2021 ਚ ਪੂਰੇ ਹੁੰਦੇ ਆ, ਵੀਡ ਆਊਟ ਕਰਨ ਦਾ ਸਵਾਲ ਹੀ ਨਹੀਂ ਉੱਠਦਾ। ਤੀਜੀ ਗੱਲ, ਕਿਤੇ ਨਾ ਕਿਤੇ ਸੁਮੇਧ ਸਿੰਘ ਸੈਣੀ ਦਾ ਇਨਫਲੂਐਂਸ ਐਵੀਡੈਂਟਲੀ ਹੈਗਾ। ਤੁਸੀਂ ਵੇਖੋ ਦਿੱਲੀ ਟ੍ਰਾਇਲ ਚੱਲ ਰਹੀ ਹੈ ਸੀਬੀਆਈ ਕੇਸ ਦੀ ਸੁਮੇਧ ਸਿੰਘ ਸੈਣੀ ਦੇ ਖਿਲਾਫ, ਜਿੱਥੇ ਇਹਨੇ ਲੁਧਿਆਣੇ ਦੇ 3 ਬਿਜ਼ਨਸਮੈਨ ਪਰਸਨਲ ਐਨਿਮਿਟੀ ਕਰਕੇ ਐਲੀਮੀਨੇਟ ਕੀਤੇ ਸੀ। ਹੁਣ ਤੁਸੀਂ ਉਹ ਕੇਸ ਦੀ ਰੈਫਰੈਂਸ ਲੈ ਲਓ, ਉਹ ਕੇਸ ਅੰਬਾਲਾ ਦੇ ਵਿੱਚ ਚਲਾਨ ਫਾਈਲ ਹੋਇਆ, ਲੁਧਿਆਣੇ ਦਾ ਕੇਸ ਸੀ। ਪੰਜਾਬ ਦੀ ਸੀਬੀਆਈ ਸਪੈਸ਼ਲ ਅਦਾਲਤ 'ਚ ਕੇਸ ਨਹੀਂ ਫਾਈਲ ਹੋਇਆ, ਕੇਸ ਅੰਬਾਲਾ 'ਚ ਫਾਈਲ ਹੋਇਆ। ਸੁਮੇਧ ਸਿੰਘ ਸੈਣੀ ਉਦੋਂ ਡੀਆਈਜੀ ਰੈਂਕ ਤੇ ਸੀ, ਕੇਸ ਸ਼ੁਰੂ ਹੋਇਆ ਉਦੋਂ ਐਸਐਸਪੀ ਸੀ। ਆਨਰੇਬਲ ਸੁਪਰੀਮ ਕੋਰਟ ਨੇ ਇਹ ਕੇਸ, ਇੱਕ ਡੀਆਈਜੀ ਦੇ ਖਿਲਾਫ ਚੱਲਦਾ ਕੇਸ, ਦਿੱਲੀ ਟ੍ਰਾਂਸਫਰ ਕੀਤਾ। ਜੇ ਸੈਣੀ ਦਾ ਇਨਫਲੂਐਂਸ ਨਹੀਂ ਸੀ ਤੇ ਆਨਰੇਬਲ ਸੁਪਰੀਮ ਕੋਰਟ ਨੇ ਉਹ ਪਲੀ ਕਿਉਂ ਅਲਾਉ ਕੀਤੀ? ਆਬਵੀਅਸਲੀ ਗਰਾਊਂਡ ਹੀ ਆ ਸੀ ਕਿ ਸੁਮੇਧ ਸਿੰਘ ਸੈਣੀ ਦਾ ਇਨਫਲੂਐਂਸ ਸੀ। ਹੁਣ ਉਸ ਉਦੋਂ ਦਾ ਡੀਆਈਜੀ ਡੀਜੀਪੀ ਬਣ ਕੇ ਰਿਟਾਇਰ ਹੋਇਆ। ਕੀ ਸੀਬੀਆਈ ਨੇ ਕਿਸੇ ਸਟੇਜ ਤੇ ਇਹ ਆਬਜੈਕਸ਼ਨ ਲਿਆ ਕਿ ਜੀ ਇਹਦੇ ਖਿਲਾਫ ਟ੍ਰਾਇਲ ਪੈਂਡਿੰਗ ਹੈ ਤੇ ਸੁਮੇਧ ਸਿੰਘ ਸੈਣੀ ਨੂੰ ਪ੍ਰਮੋਟ ਨਾ ਕੀਤਾ ਜਾਵੇ? ਉਹਨਾਂ ਨੇ ਕਿਹਾ ਜੀ ਸੈਂਟਰ 'ਚ ਇੰਪੈਨਲਮੈਂਟ ਇਹਦੀ ਨਹੀਂ ਹੋਈ, ਸੀਲਡ ਕਵਰ ਹੈ, ਸਟੇਟ 'ਚ ਜੋ ਮਰਜ਼ੀ ਕਰੇ। ਵਿਟਨੈਸ ਤਾਂ ਸਾਰੇ ਸਟੇਟ 'ਚ ਹੋਣੇ ਸੀ। CBI has allowed indirectly Sumedh Singh Saini at every step to proceed. ਉਸੇ ਕਰਕੇ ਅਸੀਂ ਸੈਣੀ ਦੇ ਇਨਫਲੂਐਂਸ ਦੇ ਖਿਲਾਫ ਲੜੇ ਆ। ਉਸ ਵੇਲੇ ਵੀ CBI ਨੇ, ਹੁਣ ਤੁਸੀਂ ਵੇਖੋ CBI ਦਾ ਇਨਵੈਸਟੀਗੇਟਿੰਗ ਆਫੀਸਰ ਦਿੱਲੀ ਟ੍ਰਾਇਲ ਦਾ ਜਿਹੜਾ ਸੀ ਉਹ ਹੋਸਟਾਈਲ ਡਿਕਲੇਅਰ ਹੋਇਆ ਹੈ। ਕੋਈ ਛੋਟੀ ਗੱਲ ਨਹੀਂ ਹੈ। ਹਾਲਾਂਕਿ ਵਿਟਨੈਸਸ ਬਾਕੀ ਉਹਦੇ ਖਿਲਾਫ ਗਵਾਹੀ ਦੇ ਗਏ ਸੁਮੇਧ ਸੈਣੀ ਦੇ ਖਿਲਾਫ, ਕਈ ਵਿਟਨੈਸ ਹੋਸਟਾਈਲ ਹੋ ਗਏ, ਪ੍ਰੈਸ਼ਰ 'ਚ ਆ ਕੇ ਕਈ ਵਿਟਨੈਸਸ ਗਵਾਹੀ ਦੇ ਗਏ, ਪਰ CBI ਦਾ ਆਪਣਾ ਇਨਵੈਸਟੀਗੇਟਿੰਗ ਆਫੀਸਰ ਹੋਸਟਾਈਲ ਡਿਕਲੇਅਰ ਹੋਇਆ। ਕੋਈ ਛੋਟੀ ਗੱਲ ਨਹੀਂ ਹੈ। तो जिथे तक CBI ਦਾ ਇਨਫਲੂਐਂਸ ਆਉਂਦਾ, ਸੈਣੀ ਦਾ ਇਨਫਲੂਐਂਸ ਆਉਂਦਾ CBI ਤੇ, ਉਹ ਡੈਫੀਨਿਟਲੀ ਕਿਤੇ ਨਾ ਕਿਤੇ ਐਜ਼ ਅ ਲਾਇਰ ਆਈ ਫੀਲ ਰਿਹਾ ਹੈ CBI ਵੱਲੋਂ ਕੁਝ ਕਮੀਆਂ ਜ਼ਰੂਰ ਹੈਗੀਆਂ ਕਿਤੇ, ਜਿਹਦੇ ਕਰਕੇ ਇਹ ਰਿਕਾਰਡ ਨਹੀਂ ਦਿੱਤਾ ਜਾ ਰਿਹਾ ਜਾਂ ਅਵੇਲੇਬਲ ਨਹੀਂ ਹੈ, ਜਾਂ ਜਿਵੇਂ ਜੋ ਕਹਿ ਰਹੇ ਆ ਵੀਡ ਆਊਟ ਹੋਇਆ, ਵੀਡ ਆਊਟ ਕੀਤਾ ਗਿਆ। ਮਤਲਬ ਰਿਟਾਇਰ ਹੋਣ ਤੋਂ ਬਾਅਦ ਵੀ ਜਿਹੜਾ DGP ਸਾਬਕਾ ਸੁਮੇਧ ਸੈਣੀ ਹੈ ਉਹ ਆਪਣਾ ਦਬਦਬਾ ਪੂਰਾ ਬਣਾ ਕੇ ਰੱਖਿਆ ਹੋਇਆ ਉਹਨੇ। ਦੇਖੋ ਦਬਦਬੇ ਜੋਗਰਾ ਤਾਂ ਇਹ ਨਹੀਂ ਹੈ, ਬਟ ਇਨਫਲੂਐਂਸ ਇਹ ਹੁੰਦਾ ਹੈ। ਪਰ ਫਿਰ ਵੀ ਦੇਖੋ ਨਾ ਤੁਸੀਂ, CBI ਜਿਹੜੀ ਹੈ ਉਹ ਪੈਰ ਪਿੱਛੇ ਖਿੱਚ ਰਹੀ ਹੈ। ਇੱਥੇ ਅਦਾਲਤਾਂ ਦੇ ਵਿੱਚ ਉਹਨੂੰ 302 ਮਾਮਲੇ 'ਚ ਜਿਹੜਾ ਧਾਰਾ ਲੱਗੀ ਨਹੀਂ, ਫਿਰ ਵੀ ਉਹਨੂੰ ਐਂਟੀਸਪੇਟਰੀ ਬੇਲ ਮਿਲ ਜਾਂਦੀ ਹੈ। ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਇਹ ਸਭ ਨੂੰ ਚੈਲੰਜ ਨਹੀਂ, ਇਹ ਸਭ ਨੂੰ ਚੈਲੰਜ ਕਿੱਥੇ ਕੀਤਾ ਜਾ ਸਕਦਾ ਹੈ? ਜੇ CBI ਪੈਰ ਪਿੱਛੇ ਖਿੱਚਦੀ ਹੈ, CBI ਆਪਣੇ ਫਰਜ਼ ਤੋਂ ਭੱਜਦੀ ਹੈ, ਜਾਂ ਜੋ ਕੁਝ ਵੀ CBI ਆਪਣਾ ਤਰਕ ਦਿੰਦੀ ਹੈ, ਇਸ ਸਭ ਨੂੰ ਵੀ ਤਾਂ ਕਿਤੇ ਚੈਲੰਜ ਕੀਤਾ ਜਾ ਸਕਦਾ। ਮੈਂ ਬਿਲਕੁਲ ਇਹ ਗੱਲ ਮੰਨ ਰਿਹਾ, ਪਰ ਮੈਂ ਦਬਦਬਾ ਵਰਡ ਤੇ ਫਰਕ ਦੱਸਦਾ। ਗੁਸਤਾਖੀ ਮਾਫ, ਤੁਹਾਡਾ ਵਰਡ ਇੱਕ ਮੈਂ ਪੜ ਰਿਹਾ, ਤੁਹਾਡੇ ਦਰਸ਼ਕਾਂ ਨੂੰ ਮੈਂ ਕਲੈਰਿਟੀ ਦੇਣੀ ਚਾਹੁੰਦਾ। ਬਿਕੋਜ਼ ਹੋ ਕੀ ਰਿਹਾ, ਸੁਮੇਧ ਸਿੰਘ ਸੈਣੀ ਦੀ ਆਦਤ ਹੈ ਇੱਕ ਔਰਾ ਕ੍ਰੀਏਟ ਕਰਨ ਦੀ, ਇਹ ਸ਼ੋਅ ਕਰਨ ਦੀ ਕਿ ਉਹ ਕਾਨੂੰਨ ਤੋਂ ਉੱਤੇ ਹੈ, ਉਹਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਮੈਂ ਉਸ ਚੀਜ਼ ਦੇ ਖਿਲਾਫ ਹਾਂ।
ਆਈ ਐਮ ਅ ਲਾਇਰ, ਮੈਂ ਸਾਰਿਆਂ ਨੂੰ ਇਹ ਕਹਿਣਾ ਕਿ ਜੀ ਕਾਨੂੰਨ ਦੇ ਤੋਂ ਤੁਹਾਨੂੰ ਇਨਸਾਫ ਦੀ ਉਮੀਦ ਰੱਖਣੀ ਚਾਹੀਦੀ ਹੈ, ਕੋਰਟ ਚੋਂ ਇਨਸਾਫ ਮਿਲੂਗਾ। ਪਰ ਜੇ ਮੈਂ ਹੀ ਆ ਕਹਾਂ ਕਿ ਸੁਮੇਧ ਸਿੰਘ ਸੈਣੀ ਸਾਰਿਆਂ ਤੋਂ ਉੱਤੇ ਹੈ, ਫਿਰ ਤਾਂ ਉਹ ਚੀਜ਼ ਗਲਤ ਹੈ। ਜਿੱਥੇ ਤੱਕ ਇਹਦੇ ਤੁਸੀਂ ਦਬਦਬੇ ਦੀ ਗੱਲ ਕਰ ਰਹੇ ਆ, ਉਹੀ ਸੁਮੇਧ ਸਿੰਘ ਸੈਣੀ ਦਾ ਦਬਦਬਾ ਸੀ ਜਦੋਂ ਜੱਜਸ ਦੇ ਫੋਨ ਟੈਪ ਕਰ ਰਿਹਾ ਸੀ ਇਲੀਗਲੀ, ਜੱਜਸ ਨੂੰ ਇੰਟੀਮੀਡੇਟ ਕਰ ਰਿਹਾ ਸੀ, ਉਹ ਦਬਦਬਾ ਸੀ। ਅੱਜ ਸੁਮੇਧ ਸਿੰਘ ਸੈਣੀ ਹੱਥ ਜੋੜ ਕੇ ਕੋਰਟ ਦੇ ਵਿੱਚ ਆਪਣੇ ਆਪ ਨੂੰ ਇੱਕ ਵਿਕਟਿਮ ਸ਼ੋ ਕਰਨ ਦੀ ਕੋਸ਼ਿਸ਼ ਕਰ ਰਿਹਾ। ਅੱਜ ਉਹ ਆਪਣੇ ਆਪ ਨੂੰ ਇੱਕ ਹੈਲਪਲੈਸ ਇਨਸਾਨ ਸ਼ੋ ਕਰਨ ਦੀ ਕੋਸ਼ਿਸ਼ ਕਰ ਰਿਹਾ, ਕਚਹਿਰੀ 'ਚ ਖੜਾ ਹੋ ਕੇ, ਦੇਖੋ ਜੀ ਮੇਰੇ ਨਾਲ ਤਾਂ ਸਰਕਾਰ ਧੱਕਾ ਕਰ ਰਹੀ ਹੈ ਕਿਉਂਕਿ ਮੈਂ ਆਪਣਾ ਫਰਜ਼ ਨਿਭਾਇਆ ਹੈ। ਫਰਜ਼ ਕੀ ਨਿਭਾਇਆ ਹੈ? ਇਨੋਸੈਂਟ ਲੋਕ ਐਲੀਮੀਨੇਟ ਕੀਤੇ ਹੈ। ਸੁਮੇਧ ਸਿੰਘ ਸੈਣੀ ਲਈ ਸ਼ਾਇਦ ਇਹੀ ਫਰਜ਼ ਸੀ। ਝੂਠੇ ਮੁਕੱਦਮੇ ਦਾਇਰ ਕੀਤੇ ਹੈ, ਐਵੀਡੈਂਸ ਫੈਬਰਿਕੇਟ ਕੀਤੀ ਹੈ, ਹਰ ਚੀਜ਼ ਜੋ ਇੱਕ ਪੁਲਿਸ ਵਾਲੇ ਦਾ ਫਰਜ਼ ਹੁੰਦਾ ਹੈ ਉਹਦੇ ਉਲਟ ਕੀਤੀ ਹੈ। ਤਾਂ ਉਹ ਚੀਜ਼ ਕਰਕੇ ਸੁਮੇਧ ਸਿੰਘ ਸੈਣੀ ਅੱਜ ਦਬਦਬਾ ਨਹੀਂ, ਅੱਜ ਇੱਕ ਹੈਲਪਲੈਸ ਵਿਕਟਿਮ ਬਣ ਕੇ ਕਰ ਰਿਹਾ ਹੈ। ਔਰ ਜਿਹੜੇ ਅੱਜ ਅਸੀਂ ਰਿਕਾਰਡ ਵੀਡ ਆਊਟ ਕਰਨ ਦੀ ਗੱਲ ਕਰ ਰਹੇ ਹਾਂ, ਹੋ ਸਕਦਾ ਹੈ ਰਿਕਾਰਡ ਪਹਿਲਾਂ ਹੀ ਵੀਡ ਆਊਟ ਹੋ ਗਏ ਹੋਣ। ਜਿਸ ਵੇਲੇ ਇਹਦਾ ਦਬਦਬਾ ਸੀਗਾ, ਜਿਸ ਵੇਲੇ ਇਹ ਪੋਸਟ ਦੇ ਉੱਤੇ ਸੀ, ਦੇਖੋ ਪੋਸਟ ਤੋਂ ਹਟੇ ਵੀ ਤਾਂ ਇਹਨੂੰ ਇੰਨਾ ਟਾਈਮ ਹੋ ਗਿਆ ਹੈ। ਇਹ ਤਾਂ ਕੰਪਲੇਨੈਂਟ ਨੇ ਹੁਣ ਹਿੰਮਤ ਫੜੀ ਹੈ, ਹੁਣ ਅੱਗੇ ਆ ਕੇ ਕੰਪਲੇਂਟ ਦਿੱਤੀ ਹੈ। ਨਹੀਂ ਤਾਂ ਜੇ ਕੰਪਲੇਨੈਂਟ ਵੱਲੋਂ ਪਹਿਲਾਂ ਦਿੱਤੀ ਗਈ ਹੁੰਦੀ ਤੇ ਸ਼ਾਇਦ ਵੀਡ ਆਊਟ ਵੀ ਨਾ ਹੁੰਦਾ ਰਿਕਾਰਡ। ਹੁਣ ਜਿੱਥੇ ਸੀਬੀਆਈ ਦਾ ਇਨਵੈਸਟੀਗੇਟਿੰਗ ਆਫੀਸਰ ਦਿੱਲੀ ਹੋਸਟਾਈਲ ਹੋ ਗਿਆ, ਉੱਥੇ ਕੁਝ ਵਿਟਨੈਸਸ ਸਟੈਂਡ ਵੀ ਕਰ ਗਏ। ਕੰਪਲੇਨੈਂਟ ਨੂੰ ਕੀ ਸੈਣੀ ਨੇ ਇੱਕ ਟੈਰਰਿਸਟ ਕਰਾਰ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਐਵੀਡੈਂਸ ਫੈਬਰਿਕੇਟ ਕਰਕੇ, ਉਹਨੂੰ ਦਿੱਲੀ ਪੁਲਿਸ ਦੀ ਪ੍ਰੋਟੈਕਸ਼ਨ ਦਿੱਤੀ ਗਈ, ਪਰ ਉਹ ਨਹੀਂ ਡਰਿਆ, ਉਹਨੇ ਪ੍ਰੋਟੈਕਸ਼ਨ ਵੀ ਨਹੀਂ ਲਈ, ਉਹਦੇ ਤੇ ਝੂਠੇ ਮੁਕੱਦਮੇ ਦਾਇਰ ਕੀਤੇ ਗਏ, ਉਹ ਤਾਂ ਵੀ ਸਟੈਂਡ ਕਰ ਗਿਆ। ਤੋਂ ਇਸ ਕਰਕੇ ਇੱਥੇ ਉਹਦਾ ਦਬਦਬਾ ਨਹੀਂ ਹੈ, ਇੱਥੇ ਇੱਕ ਸਿਸਟਮ ਮੈਨੀਪੂਲੇਟ ਕਰਨ ਦੀ ਉਹਨੂੰ ਆਦਤ ਪੈ ਗਈ ਕਿ ਜਿੱਥੇ ਵੀ ਉਹਨੇ ਆਪਣੇ ਆਪ ਨੂੰ ਹੈਲਪਲੈਸ ਸ਼ੋ ਕਰਨਾ, ਇੱਕ ਵਿਕਟਿਮ ਸ਼ੋ ਕਰਨਾ, ਉਹ ਵਿਕਟਿਮ ਸ਼ੋ ਕਰਨ ਲੱਗ ਗਿਆ ਆਪਣੇ ਆਪ ਨੂੰ, ਜੋ ਕਿ ਬਿਲਕੁਲ ਗਲਤ ਹੈ। ਔਰ ਉਸ ਚੀਜ਼ ਦੇ ਉੱਤੇ ਮੈਂ ਫੀਲ ਕਰਦਾ ਐਜ਼ ਅ ਲਾਇਰ, ਉਹਨੂੰ ਰਾਦਰ ਅਸੀਂ ਉਸ ਪੁਆਇੰਟ ਦੇ ਉੱਤੇ ਉਹਦੇ ਐਕਟਸ ਨੂੰ ਐਕਸਪੋਜ਼ ਕਰੀਏ, ਉਹਦੀਆਂ ਗਲਤ ਹਰਕਤਾਂ ਦੀ ਉਹਨੂੰ ਸਜ਼ਾ ਦਵਾਈਏ, ਇਹ ਸਾਡਾ ਫਰਜ਼ ਹੈ। ਵੀ ਹੈਵ ਟੂ ਫਾਈਟ। ਵਿਰਕ ਸਾਹਿਬ, ਇੱਥੇ ਜਿਹੜਾ ਮੁਲਤਾਨੀ ਦਾ ਪਰਿਵਾਰ ਹੈ ਉਹ ਐਸਆਈਟੀ ਦੀ ਜਾਂਚ ਤੋਂ ਸੰਤੁਸ਼ਟ ਹੈ? ਵੇਖੋ, ਜਾਂਚ ਤੋਂ ਸੰਤੁਸ਼ਟ ਦਾ ਤਾਂ ਮੈਂ ਕੀ ਕਹਿ ਸਕਦਾ, ਨਾ ਤਾਂ ਸਾਡੇ ਕੋਲ ਜਾਂਚ ਦੀਆਂ ਡਿਟੇਲਸ ਆਉਂਦੀਆਂ। ਉਹ ਸਾਡੇ ਤੋਂ ਪਹਿਲਾਂ ਤਾਂ ਸੈਣੀ ਕੋਰਟ ਨੂੰ ਦੱਸ ਰਿਹਾ ਕਿ ਜੀ 302 ਐਡ ਹੋਣ ਜਾ ਰਹੀ ਹੈ, ਐਸਆਈਟੀ ਕਹਿ ਰਹੀ ਹੈ ਅਸੀਂ 302 ਐਡ ਨਹੀਂ ਕੀਤੀ। ਜਿਹੜੀ ਮੇਰੇ ਕਲਾਇੰਟ ਪਲਵਿੰਦਰ ਸਿੰਘ ਜੀ ਨੇ ਐਪਲੀਕੇਸ਼ਨ ਡਿਸਟ੍ਰਿਕਟ ਅਟਾਰਨੀ ਦੇ ਫਾਈਲ ਕੀਤੀ, ਉਹ ਤਾਂ ਹੀ ਕੀਤੀ ਕਿ ਜੀ ਸਾਨੂੰ ਤਾਂ ਪਤਾ ਨਹੀਂ 302 ਐਡ ਹੋ ਰਹੀ ਹੈ, ਸੈਣੀ ਨੂੰ ਐਪਲੀਕੇਸ਼ਨ ਦੇ ਵਿੱਚ ਕਿਵੇਂ ਪਤਾ, ਉਹ ਲਿਖ ਰਿਹਾ ਕਿ 302 ਐਡ ਹੋ ਰਹੀ ਹੈ ਔਰ ਕੋਰਟ ਉਹਨੂੰ ਇੰਟਰਿਮ ਦੇ ਰਹੀ ਹੈ। ਤਾਂ ਹੀ ਡਿਸਟ੍ਰਿਕਟ ਅਟਾਰਨੀ ਦੇ ਥਰੂ ਐਪਲੀਕੇਸ਼ਨ ਫਾਈਲ ਹੋਈ ਕਿ 302 ਐਡ ਹੋਈ ਹੈ ਕਿ ਨਹੀਂ, ਤੁਸੀਂ ਦੱਸੋ। ਉਹਨਾਂ ਨੇ ਕਿਹਾ ਜੀ ਨਹੀਂ ਹੋਈ। ਫਿਰ ਕਹਿੰਦੇ ਐਪਲੀਕੇਸ਼ਨ ਕਿਉਂ ਨਹੀਂ ਲਾਉਂਦੇ ਤੁਸੀਂ ਉਸ ਚੀਜ਼ ਤੇ, ਤਾਂ ਇਹਨਾਂ ਨੇ ਉਹ ਟ੍ਰਾਂਸਫਰ ਐਪਲੀਕੇਸ਼ਨ ਲਾਈ। ਸੋ ਕਿਤੇ ਨਾ ਕਿਤੇ ਅਸੀਂ ਤਾਂ ਐਸਆਈਟੀ ਨੂੰ ਮੌਕਾ ਦਿੱਤਾ ਹੈ। ਤਾਂ ਹੁਣ ਕੀ ਸੱਚਾਈ ਬਾਹਰ ਆਉਂਦੀ ਹੈ, ਕੀ ਐਸਆਈਟੀ ਡਿਗ ਆਊਟ ਕਰਦੀ ਹੈ, ਸਾਡੇ ਕੋਲ ਅਜੇ ਕੋਈ ਡਿਟੇਲਸ ਨਹੀਂ ਆਈਆਂ। ਇੱਕ ਵਾਰੀ ਸਾਡੇ ਕੋਲ ਕੋਈ ਚਾਰਾ ਨਹੀਂ ਹੈ ਸਿਵਾਏ ਐਸਆਈਟੀ ਦੇ ਫੇਥ ਰੱਖਣ ਦੇ। ਜੀ, ਅਖੀਰ ਦੇ ਵਿੱਚ ਇਹ ਦੱਸੋ ਕਿ ਤੁਹਾਡੇ ਕੋਲੇ ਇਹ ਕੇਸ ਆਇਆ ਕਿਸ ਤਰ੍ਹਾਂ, ਕਿਉਂਕਿ 29 ਸਾਲ ਦੇਖੋ ਪਰਿਵਾਰ ਨੇ ਵੀ ਬੜਾ ਸੰਤਾਪ ਝੱਲਿਆ ਹੋਣਾ, ਤੇ ਇਸ ਦੌਰਾਨ ਇੱਕ ਤਾਂ ਤੁਹਾਡੇ ਕੋਲ ਕੇਸ ਕਿੱਦਾਂ ਆਇਆ, ਇਹਦਾ ਜਵਾਬ ਦਿਓ। ਦੂਜਾ ਇਹ ਜਵਾਬ ਦਿਓ ਕਿ ਪਰਿਵਾਰ ਨੂੰ ਜਿਹੜਾ ਡੈਮੇਜ ਜਿਹੜਾ ਝੱਲਣਾ ਪਿਆ ਇੰਨੇ ਸਾਲ, ਜਿਹੜਾ ਉਹ ਉਹਨਾਂ ਦੇ ਪਰਿਵਾਰ ਦਾ ਜਿਹੜਾ ਬੱਚਾ ਮੁਲਤਾਨੀ ਜਿਹੜਾ ਹੈ ਉਸ ਵੇਲੇ ਸਰਕਾਰੀ ਨੌਕਰੀ ਕਰਦੇ ਸੀ, ਨੌਜਵਾਨ ਸੀਗੇ, ਉਹਨਾਂ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ, ਪਰਿਵਾਰ ਜਿਹੜਾ ਡੈਮੇਜ ਝੱਲਣਾ ਪਿਆ ਉਸ ਦੇ ਲਈ ਵੀ ਕੋਈ ਅਪੀਲ ਕਰ ਸਕਦਾ ਜਾਂ ਨਹੀਂ ਕਰ ਸਕਦਾ? ਜਿਹੜਾ ਤਾਂ ਪਹਿਲਾ ਸਵਾਲ ਹੈ ਜੀ, ਕੇਸ ਕਿਸ ਤਰ੍ਹਾਂ ਮੇਰੇ ਕੋਲ ਆਇਆ, ਮੈਂ ਦਵਿੰਦਰਪਾਲ ਸਿੰਘ ਭੁੱਲਰ ਵੀ ਇਸ ਕੇਸ ਦੇ ਵਿੱਚ ਲਿਟੀਗੈਂਟ ਸੀ, ਉਹਨਾਂ ਦੀ ਵੱਲੋਂ ਜਿਹੜਾ ਆਨਰੇਬਲ ਸੁਪਰੀਮ ਕੋਰਟ ਦੇ ਵਿੱਚ ਜਦੋਂ ਇਹ ਕੇਸ ਲੜਿਆ ਗਿਆ ਸੀ, ਸੋ ਮਿਸਟਰ ਬਾਲ ਗੋਪਾਲ ਪੇਸ਼ ਹੋ ਰਹੇ ਸੀ, ਮੈਂ ਉਹਨਾਂ ਨੂੰ ਇਸ ਕੇਸ ਦੇ ਵਿੱਚ ਅਸਿਸਟ ਕੀਤਾ ਸੀ। ਦੂਜਾ, ਇਸ ਮਤਲਬ ਇਹ 2011 ਜਿਹੜਾ ਕੇਸ ਕੁਐਸ਼ ਹੋਇਆ ਸੀ, ਸੋ ਇਸ ਕੇਸ ਦੇ ਵਿੱਚ ਐਜ਼ ਅ ਲਾਇਰ ਮੈਂ ਉਸ ਵੇਲੇ ਵੀ ਸੀ। ਦੂਜੀ ਗੱਲ ਜੀ, ਮੈਂ ਬਹੁਤ ਸਾਰੇ ਪੁਲਿਸ ਆਫੀਸਰਸ ਦੇ ਖਿਲਾਫ, ਸੀਨੀਅਰ ਪੁਲਿਸ ਆਫੀਸਰਸ ਦੇ ਖਿਲਾਫ ਉਹਨਾਂ ਦੀਆਂ ਇਲੀਗਲ ਐਕਸ਼ਨਸ ਨੂੰ ਹਾਈਲਾਈਟ ਕਰਦੇ ਹੋਏ ਉਹਨਾਂ ਦੀਆਂ ਇਨਕੁਆਇਰੀਜ਼ ਸ਼ੁਰੂ ਕਰਵਾਈਆਂ, ਉਹਨਾਂ ਦੇ ਖਿਲਾਫ ਇਨਵੈਸਟੀਗੇਸ਼ਨ ਸ਼ੁਰੂ ਕਰਾਈਆਂ, ਔਰ ਜਿਨ੍ਹਾਂ ਨੂੰ ਹੁਣ ਤੱਕ ਕਿਤੇ ਨਾ ਕਿਤੇ ਪ੍ਰੋਟੈਕਸ਼ਨ ਮਿਲਦੀ ਰਹੀ ਹੈ ਹਾਇਰ ਅਪਸ ਤੋਂ, ਉਹਨਾਂ ਦੇ ਖਿਲਾਫ ਐਕਸ਼ਨ ਇਨੀਸ਼ੀਏਟ ਕਰਾਇਆ ਬਹੁਤ ਸਾਰੇ ਪੁਲਿਸ ਆਫੀਸਰ। ਸੋ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਕਰਕੇ ਇਸ ਫੈਮਿਲੀ ਦਾ ਫੇਥ ਬਣਿਆ ਔਰ ਇਹ ਮੇਰੇ ਕੋਲ ਆਏ। ਸੋ ਇਸ ਕਰਕੇ ਮੈਂ ਇਸ ਕੇਸ 'ਚ ਲਾਇਰ ਆਇਆ। ਦੂਜੀ ਗੱਲ, ਔਰ ਉਹ ਵੀ ਉਹ ਆਪ ਮਰਜ਼ੀ ਨਾਲ ਆਇਆ, ਮੇਰੇ ਕੋਲ ਇਨਫੈਕਟ FIR ਰਜਿਸਟਰ ਹੋਣ ਤੋਂ ਬਾਅਦ ਆਈ ਹੈ, ਪਹਿਲਾਂ ਨਹੀਂ। ਕੰਪਲੇਂਟ ਉਹਨਾਂ ਨੇ ਦਿੱਤੀ ਹੈ, FIR ਰਜਿਸਟਰ ਹੋਈ ਹੈ, ਉਸ ਤੋਂ ਬਾਅਦ ਮੇਰੇ ਕੋਲ ਆਈ ਹੈ। ਦੂਜੀ ਗੱਲ ਇਹਦੇ 'ਚ ਬਹੁਤ ਇੰਪੋਰਟੈਂਟ, ਜਿਹੜੀ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਇਨਸਾਫ ਇੱਕ ਵਾਰੀ ਮਿਲ ਜੇ, ਉਸ ਤੋਂ ਬਾਅਦ ਤਾਂ ਜੋ ਕੀਤਾ ਉਹਦੇ ਲਈ ਡੈਮੇਜਸ ਔਰ ਕੰਪਨਸੇਸ਼ਨ, ਸਾਰਾ ਕੁਝ ਕੰਪਨਸੇਸ਼ਨ ਇਹਨਾਂ ਨੂੰ ਮਿਲੂਗੀ, ਹਰ ਹਾਲਤ 'ਚ ਮਿਲੂਗੀ। ਪਰ ਉਹ ਗੱਲ ਇਹ ਹੈ ਕਿ ਪਹਿਲਾਂ ਸੱਚਾਈ ਬਾਹਰ ਆਵੇ, ਅਕਿਊਜ਼ ਜਿਹੜੇ ਹੈਗੇ ਉਹ ਟ੍ਰਾਇਲ ਫੇਸ ਕਰਨ, ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਮਿਲੇ, ਉਸ ਤੋਂ ਬਾਅਦ ਉਸ ਚੀਜ਼ ਹੁੰਦੀ ਹੈ। ਸੋ ਅਜੇ ਲੰਬਾ ਰਸਤਾ ਹੈ।
ਬਿਗ ਸਾਹਿਬ ਇਸ ਇੰਨਾ ਮਾਮਲੇ ਸੌਖਾ ਦੀ ਹੁਣ ਨਹੀਂ ਹੈ, ਅਗਲੀ ਤਰੀਕ ਕਾਫੀ ਕਦੋਂ ਪਈ ਹੈ? ਜਿਹੜੀ ਤਾਂ ਐਂਟੀਸਪੇਟਰੀ ਬੇਲ ਹੈ ਸੁਮੇਧ ਸੈਣੀ ਦੀ, ਉਹਦੀ 18 ਜੂਨ ਡੇਟ ਹੈ। ਔਰ ਜੀ। ਜਿਹੜੀ ਟ੍ਰਾਂਸਫਰ ਐਪਲੀਕੇਸ਼ਨ ਪੈਂਡਿੰਗ ਹੈ ਸੈਸ਼ਨ ਜੱਜ ਸਾਹਿਬ ਦੇ, ਉਹਦੀ 23 ਜੂਨ। ਤੋਂ ਜੀ। ਹੁਣ 18 ਨੂੰ ਤਾਂ ਕੋਈ ਐਸ ਸੱਚ ਫਾਈਨਲ ਆਰਡਰ ਪਾਸ ਨਹੀਂ ਹੋ ਸਕਦਾ, ਸਟੇ ਹੋ ਰੱਖਿਆ ਹੈ। 23 ਜੂਨ ਨੂੰ ਹੁਣ ਫਾਈਨਲ ਆਰਡਰ ਮਤਲਬ ਟ੍ਰਾਂਸਫਰ ਪਟੀਸ਼ਨ ਤੇ ਜੇ ਰਿਪਲਾਈ ਦਿੰਦੇ ਆ, ਅਸੀਂ ਉਹਦੇ ਆਰਗੂਮੈਂਟਸ ਉਸ ਦਿਨ ਕਰ ਦਿੰਦੇ ਆ ਜਾਂ ਉਸ ਤੋਂ ਅਗਲੀ ਡੇਟ ਤੇ ਕਰ ਦਿੰਦੇ ਆ। ਉਸ ਤੋਂ ਬਾਅਦ ਐਂਟੀਸਪੇਟਰੀ ਡਿਸਾਈਡ ਹੋਊਗੀ। ਉਦੋਂ ਤੱਕ ਬਿਗ ਸਾਹਿਬ ਬਸ ਬਹੁਤ ਬਹੁਤ ਆਪਣੇ, ਸ਼ੁਕਰੀਆ ਜੀ D5 ਚੈਨਲ ਪੰਜਾਬੀ ਤੇ ਸਾਡੇ ਦਰਸ਼ਕਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਣ ਲਈ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।